ਜ਼ਮੀਨ ਦੇ ਉੱਤੇ ਵੱਖਰਾ ਹੋਣਾ ਸੀ। पर गुरु फिर भी साडे बेपरवाह ने, फिर प्यार करते ने संगत के नाल। हमारी बेवफाई पर भी गुरु हमसे इतना प्यार करते हैं, अगर बावफा होते तो क्या होता। साडी बेवफाई ते ही गुरु साहब जी बड़ा प्यार कर रहे ने सानू। ये प्यार ही है साध संगत अपनी गोद दे विच बिठाया होया है। ते वो भी जीव होने ने जेड़े इस टाइम टीवी देख रहे होने ने, देख रहे हो नाटक चल रहा होवे साध संगत, वो देख रहे हैं। वो भी जीव है ने जेड़े इस वेले जिन्हां ने ड्रिंक कीता होना, अपने घरां दे विच पे होने ने। ये तुहाडी किरपा महाराज ने तुहाडे उत्ते कीती है, तां करके गुरु दरबार दे विच आए हो साध संगत। ते समा थोड़ा ज्यादा लग जाए साध संगत, ये भी नहीं कहना कि साडा गुरु दरबार दे विच समा ज्यादा लग गया जिते हुए टाइम दे। ये भी साध संगत घड़ी दे चक्कर दे विच नहीं पैना। मैं बेनती करदा वां, शायद पहलां कीती होवे, जिन्हां दे बच्चे अमरीका गए ने, कनेडा गए ने, फॉरन दे विच गए ने, तुहानूं पता है उथों दा शेड्यूल की है। उथों दा शेड्यूल ये है, जिहड़ा बच्चा ओवर टाइम लांदा है, जिहड़ा ज्यादा समा लांदा है ना, उहनूं पता है इसदे डॉलर 4 ज्यादा मिलने ने। इदां ही है ना साध संगत, ਜਿਹੜਾ ਜ਼ਿਆਦਾ ਇੱਥੇ ਵੀ ਥੋੜਾ ਜਿਹੜਾ ਓਵਰ ਟਾਈਮ ਲਾਉਂਦਾ ਉਹਦੇ ਜ਼ਿਆਦਾ ਮਿਲਨੇ ਨੇ। ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਜੋ ਕੋਈ 5-7 ਮਿੰਟ ਜਾਂ 10 ਮਿੰਟ ਤੁਹਾਡੇ ਜ਼ਿਆਦਾ ਲੱਗ ਜਾਣ ਨਾ, ਸਾਧ ਸੰਗਤ ਬਖਸ਼ਿਸ਼ਾਂ ਹੀ ਮਿਲੀਆਂ ਨੇ ਇੱਥੋਂ। ਇਹ ਗੁਰੂ ਦਰਬਾਰ ਦੇ ਵਿੱਚ ਆ ਕੇ ਇਹ ਵੀ ਨਹੀਂ ਅਸੀਂ ਰੋਲਾ ਪਾਈਏ ਕਰੀਏ ਦਿੱਤਾ ਟਾਈਮ ਸੀ ਭਾਈਆਂ ਨੂੰ ਖਿੱਚੀ ਪਰਦੇ ਕਹੀਂ ਨਹੀਂ। ਸਾਧ ਸੰਗਤ ਜਿੰਨਾ ਸਮਾਂ ਤੁਹਾਡਾ ਗੁਰੂ ਦਰਬਾਰ ਦੇ ਵਿੱਚ ਨਿਕਲ ਗਿਆ, ਸਾਧ ਸੰਗਤ ਉਹੀ ਲੇਖੇ ਦੇ ਵਿੱਚ ਲੱਗਣਾ ਹੈ। आओ साध संगत दे नां ढिल करदियां होया साध संगत भाई साहब भाई शुभदीप सिंह जी 8:45 वजे तक इन्हां ने कथा, ते मैं इन्हां नूं भी कहांगा समय विच रहिंदे ही सारी समाप्ति कर दिओ। 8:45 वजे तक ये कथा करनगे, क्योंकि अगे दा भी जिहड़ा साडा शेड्यूल है सवेर दा वो भी बड़ा बिजी है। वाहिगुरू जी का खालसा, वाहिगुरू जी की फतेह। सतनाम श्री वाहिगुरु साहिब जीओ। वाहिगुरु साहिब जीओ। तेरे कवन कवन गुण कह कह गावा, तू साहिब गुणी निधाना। तुमरी महिमा बरन ना साको, तू ठाकुर ऊच भगवाना। जे हाँ जाना आखा नाही, कहना कथन ना जाई। गुरा एक देह बुझाई, सबना जिया का एक दाता। सो मैं बिसर न जाई, बेसुमार अथाह अगणित अतुल। ज्यों बुलाव हो त्यों नानक दास बोलै। ज्यों बुलाव हो त्यों नानक दास बोलै। चवर छतर तख्त दे मालक, जुगो जुग अटल पतत पावन, भगत वत्सल कृपा निधान सतगुरु।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਕਿਰਪਾ ਮਿਹਰਮਤ ਕੀਤੀ ਹੈ, ਜੋ ਆਪਾਂ ਸਾਰਿਆਂ ਨੂੰ ਆਪਣੇ ਮੁਕੱਦਸ ਚਰਨਾਂ ਅੰਦਰ ਜੁੜ ਬੈਠਣ ਦਾ ਸਮਾਂ ਬਖਸ਼ਿਆ ਹੈ। ਸਾਧ ਸੰਗਤ ਜੀ, ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬੜਾ ਹੀ ਪਿਆਰਾ ਬਚਨ ਹੈ ਉਹਨਾਂ ਦੀ ਰਚਨਾ ਗਜ਼ਲਾਂ ਦੇ ਵਿੱਚ। ਭਾਈ ਸਾਹਿਬ ਆਖਦੇ, ਭਾਈ ਨੰਦ ਲਾਲ ਜੀ, ਕਿ ਜੇਕਰ ਰੱਬ ਨੇ ਇਸ ਸਿਰ ਨੂੰ ਰੱਖਿਆ ਹੈ ਨਾ, ਇਸ ਤਨ ਦੇ ਉੱਤੇ, ਇਸ ਸਰੀਰ ਦੇ ਉੱਤੇ ਸਿਰ ਦਿੱਤਾ ਹੈ, ਸੱਚ ਇਹ ਹੈ ਕਿ ਇਸ ਸਰੀਰ ਦੇ ਉੱਤੇ ਸਿਰ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕੇ। ਕੇਵਲ ਸਿਰ ਦਾ ਇਹੀ ਕੰਮ ਹੈ। ਭਾਈ ਨੰਦ ਲਾਲ ਜੀ ਦਾ ਬਚਨ, ਸਰ ਬਰਾਏ ਸਿਜਦਾ ਪੈਦਾ ਕਰਦਾ ਅੰਧ। ਆਂਦੇ, ਰੱਬ ਨੇ ਜੇ ਸਿਰ ਨੂੰ ਪੈਦਾ ਕੀਤਾ ਹੈ ਤੇ ਉਹ ਪੈਦਾ ਹੀ ਤਾਂ ਕੀਤਾ ਹੈ ਕਿ ਉਹ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਝੁਕੇ। ਤੇ ਅੱਗੇ ਭਾਈ ਸਾਹਿਬ ਫਰਮਾਉਂਦੇ, ਜਿਹੜਾ ਸਿਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਝੁਕਦਾ ਹੈ, ਅਸਲ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਝੁਕਿਆ ਹੋਇਆ ਸਿਰ ਆਪਣੀਆਂ ਸਾਰੀਆਂ ਸਿਰ ਦੀਆਂ ਪੀੜਾਂ ਨੂੰ ਗਵਾ ਲੈਂਦਾ ਹੈ। ਜਦੋਂ ਆਪਣੇ ਤੇ ਕੋਈ ਭਾਰ ਹੋਵੇ ਜਾਂ ਬੰਦਾ ਕਿਸੇ ਟੈਨਸ਼ਨ ਦੇ ਵਿੱਚ ਹੋਏ, ਚਿੰਤਾ ਦੇ ਵਿੱਚ ਹੋਏ, ਤੇ ਆਮ ਆਖਦਾ ਵੀ ਮੈਂ ਬੜਾ ਤੰਗ ਆ, ਮੇਰੇ ਸਿਰ ਤੇ ਬੜਾ ਭਾਰ ਹੈ, ਮੇਰੇ ਸਿਰ ਤੇ ਬੜਾ ਹੀ ਭਾਰ ਹੈ, ਚਿੰਤਾ ਹੈ। ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਕਿ ਜੇਕਰ ਆਪਣੀਆਂ ਸਾਰੀਆਂ ਸਿਰ ਦੀਆਂ ਚਿੰਤਾਵਾਂ ਨੂੰ ਗਵਾਉਣਾ ਚਾਹੁੰਦਾ ਹੈ ਤੇ ਫਿਰ ਚੁੱਪ ਕਰਕੇ ਗੁਰੂ ਦੇ ਦਰ ਤੇ ਆ ਕੇ ਆਪਣਾ ਸਿਰ ਰੱਖ ਦੇ। ਸਰ ਬਰਾਏ ਸਿਜਦਾ ਪੈਦਾ ਕਰਦਾ ਅੰਧ, ਦਰਦ ਹਰ ਸਰਰਾ। ਗੁਰੂ ਦੇ ਚਰਨਾਂ ਦੇ ਵਿੱਚ ਝੁਕਿਆ ਹੋਇਆ ਸਿਰ ਹੀ ਅਸਲ ਦੇ ਵਿੱਚ ਸਾਰੀਆਂ ਸਿਰ ਪੀੜਾਂ ਦੀ ਦਵਾਈ ਹੈ। ਸਰ ਬਰਾਏ ਸਿਜਦਾ ਪੈਦਾ ਕਰਦਾ ਅੰਧ, ਦਰਦ ਹਰ ਸਰਰਾ ਮਦਾਵਾ ਕਰਦਾ ਅੰਧ। ਸੋ ਆਪਾਂ ਸੁਭਾਗੇ ਹਾਂ ਜੋ ਕਿ ਗੁਰੂ ਚਰਨਾਂ ਅੰਦਰ ਜੁੜ ਬੈਠਣ ਦਾ, ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਕੀਰਤਨ ਅਤੇ ਕਵਿਤਾਵਾਂ ਰਾਹੀਂ ਗੁਰੂ ਚਰਨਾਂ ਅੰਦਰ ਹਾਜ਼ਰੀ ਲਵਾਈ, ਆਓ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਰਾਹੀਂ ਸਤਿਗੁਰੂ ਜੀ ਦੇ ਚਰਨਾਂ ਨੂੰ ਪਰਸੀਏ। ਸਾਰੇ ਹੀ ਆਪਣੀ ਮਨ ਦੀ ਇਕਾਗਰਤਾ ਲਈ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਜੋ ਸਮਾਗਮ ਆਪ ਜੀ ਦੇ ਇਲਾਕੇ ਅੰਦਰ ਚੱਲ ਰਹੇ ਸਨ, ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਨ। ਕਿ ਜੋ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਅੰਦਰ ਉਪਦੇਸ਼ ਬਖਸ਼ਿਆ ਹੈ, ਕਿਉਂ ਨਾ ਆਪਾਂ ਉਹਨੂੰ ਰਲ ਮਿਲ ਕੇ ਵਿਚਾਰੀਏ। ਸੰਗਤ ਜੀ, ਜਿਸ ਵੇਲੇ ਆਪਾਂ ਭੁੱਲ ਜਾਂਦੇ ਹਾਂ, ਆਪਾਂ ਭਟਕ ਜਾਂਦੇ ਹਾਂ, ਗੁਰੂ ਕੀ ਬਾਣੀ ਸਾਨੂੰ ਸਿੱਧੇ ਰਾਹ ਦੇ ਉੱਤੇ ਪਾਉਂਦੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਗੁਰੂ ਕੀ ਬਾਣੀ ਸਾਡਾ ਚਾਨਣ ਮੁਨਾਰਾ ਹੈ, ਜੋ ਸਾਨੂੰ ਭੁੱਲਿਆਂ ਭਟਕਿਆਂ ਹੋਇਆਂ ਨੂੰ ਰਾਹ ਤੇ ਪਾਉਂਦੀ ਹੈ। ਭੁੱਲਣ ਹਾਰੇ ਆਪਾਂ ਸਾਰੇ ਹੀ ਹਾਂ। ਕੋਈ ਸੰਸਾਰ ਦੇ ਵਿੱਚ ਜੀਵ ਐਸਾ ਨਹੀਂ ਕਿ ਜਿਹੜਾ ਦਾਵਾ ਕਰਕੇ ਇਹ ਆਖਦੇ ਵੀ ਮੇਰੇ ਤੋਂ ਕਦੀ ਭੁੱਲ ਨਹੀਂ ਹੋਈ ਜਾਂ ਮੈਂ ਕਦੀ ਵੀ ਭੁੱਲਦਾ ਨਹੀਂ। ਆਪਾਂ ਜਿੰਨੇ ਵੀ ਸੰਸਾਰੀ ਜੀਵ ਹਾਂ, ਭੁੱਲਣ ਦੇ ਵਿੱਚ ਹਾਂ। ਭੁੱਲਣ ਅੰਦਰ ਸਭ ਕੋ, ਆਪਾਂ ਸਾਰੇ ਭੁੱਲਣਹਾਰ ਹਾਂ। ਪਰ ਮਹਾਰਾਜ ਆਂਦੇ, ਅਭੁੱਲ ਗੁਰੂ ਕਰਤਾਰ। ਜੇਕਰ ਨਹੀਂ ਭੁੱਲਦਾ ਤੇ ਉਹ ਇੱਕ ਗੁਰੂ ਨਹੀਂ ਭੁੱਲਦਾ, ਤੇ ਨਾਲ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਗੁਰੂ ਅਤੇ ਪਰਮੇਸ਼ਰ ਕਦੀ ਵੀ ਨਹੀਂ ਭੁੱਲਦੇ। ਤੇ ਜੇਕਰ ਮਨੁੱਖ ਭੁੱਲਦਾ ਹੈ, ਭੁੱਲੇ ਹੋਏ ਨੂੰ ਰਾਹ ਤੇ ਵੀ ਕੌਣ ਪਾਉਂਦਾ ਹੈ? ਜਿਹੜਾ ਆਪ ਭੁੱਲਿਆ ਨਾ ਹੋਵੇ, ਜਿਹੜਾ ਆਪ ਜਾਣਕਾਰ ਹੋਵੇ, ਉਹੀ ਅਸਲ ਦੇ ਵਿੱਚ ਰਾਹ ਵਿਖਾਵੇਗਾ। ਗੁਰੂ ਸਾਡਾ ਜਾਣਕਾਰ ਹੈ, ਗੁਰੂ ਸਾਡਾ ਚਾਨਣ ਮੁਨਾਰਾ ਹੈ। ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ ਸਾਨੂੰ ਰਾਹ ਦਰਸਾਉਂਦੀ ਹੈ। ਇਸ ਕਰਕੇ ਜਦੋਂ ਵੀ ਆਪਾਂ ਭੁੱਲਨੇ ਹਾਂ ਤੇ ਆਪਾਂ ਸਹਾਰਾ ਲੈਨੇ ਹਾਂ ਬਾਣੀ ਦਾ। ਮਹਾਰਾਜ ਜੀ ਦੀ ਬਾਣੀ ਸਾਨੂੰ ਰਾਹ ਤੇ ਪਾਉਂਦੀ ਹੈ। ਸੋ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਬਾਣੀ ਅੰਦਰ ਬੜਾ ਹੀ ਪਿਆਰਾ ਸ਼ਬਦ ਹੈ। ਸਾਹਿਬ ਜੀ ਦਾ ਫਰਮਾਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ,
ਸਤਿਗੁਰੂ ਜੀ ਫਰਮਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋ ਪੰਕਤੀ ਹੈ, ਇਹ ਤੁਕ ਹੈ। ਇਸ ਦਾ ਜੋ ਸ਼ਬਦੀ ਅਰਥ ਹੈ ਉਹ ਹੈ, ਹੇ ਮੇਰਿਆ ਮਨਾ, ਤੂੰ ਜੋਤ ਸਰੂਪ ਹੈ। ਜੋਤ ਸਰੂਪ ਦਾ ਭਾਵ ਤੂੰ ਜੋ ਪ੍ਰਕਾਸ਼ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜੋ ਨਿਰਾ ਹੀ ਨੂਰ ਹੈ, ਉਸ ਦੀ ਤੂੰ ਅੰਸ਼ ਹੈ, ਉਸ ਦਾ ਹੀ ਤੂੰ ਰੂਪ ਹੈ। ਮਨ ਤੂੰ ਜੋਤ ਸਰੂਪ ਹੈ। ਤੇ ਅੱਗੇ ਸਤਿਗੁਰੂ ਜੀ ਨੇ ਕੀ ਕਿਹਾ? ਆਪਣਾ ਮੂਲ ਪਛਾਣ। ਤੂੰ ਆਪਣੇ ਅਸਲੇ ਨੂੰ ਪਛਾਣ, ਆਪਣੇ ਮੂਲ ਨੂੰ, ਆਪਣੇ ਆਧਾਰ ਨੂੰ ਪਛਾਣ। ਤੇ ਆਧਾਰ ਕੀ ਹੈ? ਆਪਾਂ ਸਾਰੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹਾਂ, ਜੋਤ ਹਾਂ, ਪਰ ਭੁੱਲੇ ਹੋਏ ਹਾਂ। ਅੱਗੇ ਸਾਹਿਬ ਜੀ ਨੇ ਕਿਹਾ, ਮਨ ਹਰ ਜੀ ਤੇਰਾ ਨਾਲ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਹੀ ਤੇਰੇ ਨਾਲ ਹੈ, ਅੰਗ ਸੰਗ ਹੈ। ਪਰ ਜਿੰਨਾ ਚਿਰ ਗੁਰੂ ਦੀ ਮੱਤ ਕੋਲ ਨਹੀਂ, ਉਹਨਾਂ ਚਿਰ ਬੰਦਾ ਰੱਬ ਨੂੰ ਕੋਲ ਹੁੰਦਿਆਂ ਹੋਇਆਂ ਵੀ ਕੋਲ ਨਹੀਂ ਜਾਣ ਸਕਦਾ। ਉਹ ਪਰਮੇਸ਼ਰ ਸਾਰਾ ਕੁਝ ਤੱਕਦਾ ਹੈ, ਵੇਖਦਾ ਹੈ। ਜੋ ਕਰਮ ਆਪਾਂ ਕਮਾਉਨੇ ਹਾਂ, ਜੋ ਕਰਨੇ ਹਾਂ, ਦੁਨੀਆ ਤੋਂ ਭਾਵੇਂ ਲੁਕਾਈਏ, ਪਰ ਰੱਬ ਤੋਂ ਥੋੜਾ ਲੁਕਾ ਲਵਾਂਗੇ। ਤੇ ਇਸ ਕਰਕੇ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਵੀ ਫਰਮਾਉਂਦੇ ਹਨ ਨਾ, ਕਿ ਰੱਬ ਨੂੰ ਅੰਗ ਸੰਗ ਨਹੀਂ ਜਾਣਦਾ। ਇਸ ਕਰਕੇ ਇਹ ਭੁੱਲ ਬੈਠਦਾ ਵੀ ਉਹ ਵੇਂਦਾ ਪਿਆ, ਉਹ ਵੇਖੈ ਉਹਨਾਂ ਨਦਰ ਨਾ ਆਵੇ। ਉਹ ਰੱਬ ਵੇਖਦਾ ਹੈ। ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਨੈ। ਮਹਾਰਾਜ ਸਾਰਾ ਕੁਝ ਤੱਕਦੇ ਪਏ ਹਨ, ਅਕਾਲ ਪੁਰਖ ਵਾਹਿਗੁਰੂ ਸਭ ਕੁਝ ਵੇਖਦੇ ਹਨ। ਪਰ ਵਾਹਿਗੁਰੂ ਦੀ ਹੋਂਦ ਤੋਂ ਅਣਜਾਣ ਹੋ ਕੇ ਬੰਦਾ ਸਾਰੇ ਕਰਮ ਕਮਾਈ ਹੁੰਦਾ ਹੈ, ਰੱਬ ਨੂੰ ਭੁੱਲ ਕੇ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਭਾਈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਰੱਬ ਤੇਰੇ ਨਾਲ ਹੀ ਹੈ। ਪਰ ਉਸ ਆਨੰਦ ਨੂੰ, ਉਸ ਖੇੜੇ ਨੂੰ ਕਦੋਂ ਮਾਨਾਂਗੇ? ਜਦੋਂ ਆਪਾਂ ਗੁਰੂ ਦੀ ਮੱਤ ਲਵਾਂਗੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਗੁਰੂ ਦੀ ਮੱਤ ਦੇ ਨਾਲ ਇਹ ਰੰਗ ਨੂੰ ਮਾਨਿਆ ਜਾਵੇ। ਹੁਣ ਮੂਲ ਭੁੱਲ ਗਏ। ਤੇ ਸਾਧ ਸੰਗਤ ਜੀ, ਜਦੋਂ ਆਪਾਂ ਮੂਲ ਭੁੱਲਾਂਗੇ, ਜਿਸ ਤਰ੍ਹਾਂ ਇੱਕ ਦਰਖਤ ਦਾ ਮੂਲ, ਉਹਦਾ ਆਧਾਰ ਜੜ ਹੈ, ਜੜ ਨੂੰ ਭੁੱਲ ਕੇ, ਜੜ ਨਾਲੋਂ ਵਿਛੜ ਕੇ ਜੇ ਦਰਖਤ ਆਖੇ ਵੀ ਮੈਂ ਉਵੇਂ ਹਰਿਆ ਭਰਿਆ ਰਵਾਂ, ਨਹੀਂ, ਆਪਣੇ ਮੂਲ ਨਾਲੋਂ ਵਿਛੜ ਕੇ ਦਰਖਤ ਸੁੱਕ ਜਾਏਗਾ, ਜੜ ਨਾਲੋਂ ਟੁੱਟ ਕੇ ਦਰਖਤ ਸੁੱਕੇਗਾ। ਇਸੇ ਤਰ੍ਹਾਂ ਹੀ ਇੱਕ ਕੋਲਾ ਹੈ, ਕੋਲੇ ਦਾ ਮੂਲ ਅੱਗ ਹੈ। ਜੇਕਰ ਅੱਗ ਆਪਣੇ ਮੂਲ ਦੇ ਨਾਲੋਂ ਟੁੱਟ ਕੇ, ਉਹ ਕੋਲੇ ਦਾ ਮੂਲ ਅੱਗ ਹੈ, ਤੇ ਅੱਗ ਨਾਲੋਂ ਟੁੱਟ ਕੇ ਕੋਲਾ ਇਹ ਆਖੇ ਵੀ ਮੈਂ ਉਹੀ ਲਾਲੀ ਦੇ ਵਿੱਚ ਰਵਾਂ ਜਿਹੜਾ ਅੱਗ ਦੇ ਨਾਲ ਸੀ, ਨਹੀਂ, ਉਹ ਲਾਲੀ ਦੇ ਵਿੱਚ ਨਹੀਂ ਰਹਿ ਸਕੇਗਾ ਜੇ ਆਪਣੇ ਮੂਲ ਨਾਲੋਂ ਟੁੱਟ ਜਾਵੇਗਾ। ਇਹੀ ਕਾਰਨ ਅਸੀਂ ਆਪਣੇ ਮੂਲ ਨਾਲੋਂ, ਜਿਹੜਾ ਨਿਰਾ ਨੂਰ ਸੀ, ਜੋ ਆਨੰਦ ਸੀ, ਜੋ ਖੇੜਾ ਸੀ, ਉਹ ਰੱਬ ਸੀ, ਤੇ ਰੱਬ ਨਾਲੋਂ ਟੁੱਟ ਕੇ ਅਸੀਂ ਵੀ ਦੁੱਖ ਦੇ ਵਿੱਚ ਪਏ। ਹੁਣ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਗੁਰੂ ਨਾਨਕ ਸਾਹਿਬ ਦਾ, ਜੋ ਆਪਣਾ ਮੂਲ, ਆਪਣਾ ਜੋ ਵਿਚਾਰ ਹੈ, ਉਹ ਹੈ ਮੂਲ ਦੇ ਨਾਲ ਜੁੜਨਾ। ਮਨ ਤੂੰ ਜੋਤ ਸਰੂਪ ਹੈ। ਇਸ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਕੇ ਆਪਾਂ ਅੱਗੇ ਵਿਚਾਰ ਕਰਨਾ ਕਿ ਆਪਾਂ ਉਸ ਰੱਬ ਦਾ, ਰੱਬ ਦੀ ਅੰਸ਼ ਹਾਂ, ਉਸੇ ਹੀ ਰੱਬ ਦਾ ਹਿੱਸਾ ਹਾਂ। ਪਰ ਜਦੋਂ ਆਪਾਂ ਉਸ ਨੂੰ ਭੁੱਲ ਜਾਂਦੇ ਹਾਂ, ਉਸ ਨੂੰ ਵਿਸਰ ਜਾਂਦੇ ਹਾਂ, ਫਿਰ ਦੁੱਖ ਪਾਉਂਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ, ਮਹਾਰਾਜ ਜੀ ਦਾ ਬਚਨ ਆਉਂਦਾ ਹੈ ਬਾਣੀ ਵਿੱਚ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਇੱਕ ਥਾਂ ਤੋਂ ਲੰਘਦੇ ਪਏ, ਲੰਘਦਿਆਂ ਹੋਇਆਂ ਤੱਕਿਆ ਕਿ ਉੱਥੇ ਇੱਕ ਸਰੋਵਰ ਹੈ, ਇੱਕ ਤਲਾਬ ਹੈ। ਸਤਿਗੁਰੂ ਜੀ ਨੇ ਉਸ ਤਲਾਬ ਦੇ ਨਾਲ ਗੱਲਬਾਤ ਕੀਤੀ, ਤੇ ਗੱਲਬਾਤ ਦੇ ਵਿੱਚ ਕੀ ਕਹਿਆ ਮਹਾਰਾਜ ਜੀ ਨੇ ਉਸ ਤਲਾਬ ਨੂੰ, ਸਰੋਵਰ ਨੂੰ? ਸਤਿਗੁਰੂ ਕਹਿੰਦੇ, ਪੱਬਰ ਤੂੰ ਹਰਿਆਵਲਾ। ਪੱਬਰ ਦਾ ਅਰਥ ਜੀ ਤਲਾਬ, ਸਰੋਵਰ। ਮਹਾਰਾਜ ਕਹਿਣ ਲੱਗੇ, ਸਰੋਵਰਾ, ਮੈਂ ਜਦੋਂ ਪਹਿਲਾਂ ਤੈਨੂੰ ਤੱਕਿਆ ਸੀ, ਤੈਨੂੰ ਵੇਖਿਆ ਸੀ, ਤੇਰੇ ਉੱਤੇ ਬੜੀ ਰੌਣਕ ਸੀ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਤੇ ਤੇਰੇ ਵਿੱਚ ਸੋਨੇ ਦੀਆਂ ਪੰਖੜੀਆਂ ਦੇ ਸਮਾਨ ਜਿਨ੍ਹਾਂ ਦੀ ਸ਼ੋਭਾ ਸੀ, ਇਹੋ ਜਿਹੇ ਕਵਲ ਦੇ ਫੁੱਲ ਤੇਰੇ ਅੰਦਰ ਖਿੜੇ ਹੋਏ ਸਨ। ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਤੇਰੇ ਵਿੱਚ ਸੋਹਣੇ ਕੋਲ ਦੇ ਫੁੱਲ ਸਨ, ਜਿਨ੍ਹਾਂ ਦੀਆਂ ਪੰਖੜੀਆਂ ਸੋਨੇ ਵਰਗੀਆਂ ਸਨ। ਪਰ ਹੁਣ ਤੈਨੂੰ ਕੀ ਹੋਇਆ? ਤੇਰੇ ਉੱਤੇ ਬੜੀ ਰੌਣਕ ਸੀ, ਕਹਿ ਦੋਖੜਾ ਸੜਿਓ ਹੈ।
हे ਸਰੋਵਰਾ ਤੂੰ ਕਿਸ ਕਰਕੇ ਸੁੱਕ ਗਿਆ, ਸੜ ਗਿਆ? ਜਿਹੜਾ ਖੇੜਾ ਤੇਰੇ ਤੇ ਪਹਿਲਾਂ ਸੀ, ਜਿਹੜੀ ਰੌਣਕ ਤੇਰੇ ਤੇ ਪਹਿਲਾਂ ਸੀ, ਉਹ ਅੱਜ ਨਹੀਂ। ਕਹਿ ਦੁਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ। ਤੇਰਾ ਜਿਹੜਾ ਸਾਰਾ ਆਲਾ ਦੁਆਲਾ ਹੈ ਇਹ ਸੁੱਕ ਸੜ ਗਿਆ ਹੈ, ਕਾਲਾ ਹੋ ਗਿਆ ਹੈ। ਹੁਣ ਪਹਿਲਾਂ ਵਾਲੀ ਰੌਣਕ ਨਹੀਂ ਰਹੀ ਤੇਰੇ ਤੇ। ਕਹਿ ਦੁਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ। ਤੇ ਅੱਗੋਂ ਉਸ ਸਰੋਵਰ ਨੇ ਮਹਾਰਾਜ ਜੀ ਨੂੰ ਜਵਾਬ ਦੇਣਾ ਕੀਤਾ, ਕਹਿੰਦਾ ਜੀ ਨਾਨਕ ਮੈਂ ਤਨ ਭੰਗ, ਮੇਰਾ ਜਿਹੜਾ ਆਪਣਾ ਮੂਲ ਸੀ, ਆਧਾਰ ਸੀ, ਉਸ ਦੇ ਨਾਲੋਂ ਮੇਰਾ ਵਿਛੋੜਾ ਪੈ ਗਿਆ। ਸਰੋਵਰ ਦਾ ਮੂਲ ਕੀ ਸੀ? ਪਾਣੀ। ਆਖਣ ਲੱਗਾ ਜੀ ਮੇਰੇ ਉੱਤੇ ਰੌਣਕ ਸੀ, ਮੇਰੇ ਵਿੱਚ ਕਵਲ ਦੀਆਂ ਪੰਖੜੀਆਂ ਖਿੜੀਆਂ ਹੋਈਆਂ ਸਨ, ਲੋਕ ਇੱਥੇ ਸੈਰਾਂ ਕਰਦੇ ਸਨ, ਤੱਕਦੇ ਸਨ। ਪਰ ਅੱਜ ਮੈਂ ਮੁਰਝਾ ਗਿਆ, ਇਸ ਕਰਕੇ ਮੇਰੇ ਤੇ ਰੌਣਕ ਨਹੀਂ, ਕਿਉਂਕਿ ਮੈਂ ਆਪਣੇ ਮੂਲ ਤੋਂ, ਆਪਣੇ ਆਧਾਰ ਤੋਂ ਟੁੱਟ ਗਿਆ। ਆਧਾਰ ਸੀ ਪਾਣੀ। ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ। ਮੈਂ ਜਾਣਨਾ ਹਾਂ ਕਿਉਂ ਸੁੱਕਿਆ ਹਾਂ। ਕਿਉਂ? ਕਿਉਂਕਿ ਮੈਂ ਆਪਣੇ ਮੂਲ ਪਾਣੀ ਨਾਲੋਂ ਵਿਛੜਿਆ। ਜਾਣਾ ਪਾਣੀ ਨਾਲ ਹਾਂ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰਫੜੈ, ਚੜ੍ਹੈ ਚਵੱਗਣ ਵਨ। ਕਹਿਣ ਲੱਗਾ ਉਹ ਸਰੋਵਰ ਸਤਿਗੁਰੂ ਗੁਰੂ ਨਾਨਕ ਸਾਹਿਬ, ਮੈਂ ਸੁੱਕਿਆ, ਸੜਿਆ, ਮੇਰੀ ਰੌਣਕ ਗਵਾਚ ਗਈ, ਕਿਉਂਕਿ ਮੈਂ ਆਪਣੇ ਮੂਲ ਨਾਲੋਂ ਵਿਛੜ ਗਿਆ। ਇਹੀ ਕਾਰਨ ਅਸੀਂ ਸਾਰੇ ਜੀਵ ਆਪਣੇ ਮੂਲ ਰੱਬ ਨਾਲੋਂ ਵਿਛੜੇ। ਛੋਟੀਆਂ ਛੋਟੀਆਂ ਗੱਲਾਂ ਤੇ ਅੱਜ ਸਾਨੂੰ ਚਿੰਤਾਵਾਂ ਨੇ ਇਹੋ ਜਿਹਾ ਦੱਬਿਆ, ਇੰਨਾ ਦੁਖੀ ਹੋਏ, ਸਾਨੂੰ ਜੀਵਨ ਦਾ ਆਪਣਾ ਕੋਈ ਆਨੰਦ ਹੀ ਨਾ ਰਿਹਾ। ਸਿਰਫ ਖਾ ਲਿਆ, ਪਕਾ ਲਿਆ, ਸੌ ਲਿਆ, ਇਸੇ ਕੰਮ ਦੇ ਵਿੱਚ ਸਾਰਾ ਦਿਨ ਗੁਜ਼ਰ ਜਾਂਦਾ ਹੈ। ਕੋਈ ਆਨੰਦ ਨਹੀਂ, ਕੋਈ ਖੇੜਾ ਨਹੀਂ। ਪਰ ਜਿਹੜੇ ਆਪਣੇ ਆਧਾਰ ਦੇ ਨਾਲ ਜੁੜੇ ਹੋਏ ਸਨ, ਜਿਹੜੇ ਆਪਣੇ ਮੂਲ ਦੇ ਨਾਲ ਜੁੜੇ ਹੋਏ ਸਨ, ਰੱਬ ਸਾਡਾ ਸਾਰਿਆਂ ਦਾ ਮੂਲ, ਰੱਬ ਮਨ ਤੂੰ ਜੋਤ ਸਰੂਪ ਹੈ, ਜੋਤ ਸਰੂਪ ਵਾਹਿਗੁਰੂ ਸਾਡਾ ਮੂਲ। ਜਿਹੜੇ ਰੱਬ ਦੇ ਨਾਲ ਜੁੜੇ ਹੋਏ ਸਨ, ਸਾਧ ਸੰਗਤ ਜੀ, ਕਲਗੀਧਰ ਪਿਤਾ ਪਰਮੇਸ਼ਰ ਸਤਿਗੁਰੂ ਜਿਵੇਂ ਆਨੰਦਪੁਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸਨ, ਆਨੰਦ ਦੇ ਵਿੱਚ ਸਨ, ਉਹ ਆਪਣੇ ਮੂਲ ਦੇ ਨਾਲ, ਆਪਣੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਸਨ। ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਕੰਡਿਆਂ ਦੀ ਸੇਜਾ ਤੇ ਪੈ ਕੇ ਵੀ ਉਹ ਕਲਗੀਆਂ ਵਾਲਾ ਬਾਪੂ ਚੜ੍ਹਦੀ ਕਲਾ ਵਿੱਚ ਸੀ। ਕਿਉਂ? ਉਹ ਆਪਣੇ ਮੂਲ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜੇ ਹੋਏ ਸਨ। ਤਾਂ ਹੀ ਉਹਨਾਂ ਨੇ ਉਚਾਰਿਆ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ, ਉੱਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਲਗੀਆਂ ਵਾਲਾ ਸਤਿਗੁਰੂ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਆਨੰਦ ਦੇ ਵਿੱਚ ਹੈ, ਤੇ ਅੱਜ ਅਸੀਂ ਸੋਹਣੇ ਗਦੇਲਿਆਂ ਦੇ ਉੱਤੇ, ਮਖਮਲੀਆਂ ਸੇਜਾਂ ਦੇ ਉੱਤੇ ਆਰਾਮ ਕਰਦੇ ਹੋਏ ਚਿੰਤਾ ਦੇ ਵਿੱਚ ਸਾਨੂੰ ਨੀਂਦਰ ਨਹੀਂ ਆਉਂਦੀ। ਕਿਉਂ? ਆਪਣੇ ਮੂਲ ਨਾਲੋਂ ਵਿਛੜੇ, ਆਪਣੇ ਮੂਲ ਤੋਂ ਟੁੱਟੇ, ਰੱਬ ਨਾਲੋਂ ਵਿਛੜੇ। ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਦਾ ਬੜਾ ਹੀ ਪਿਆਰਾ ਬਚਨ ਹੈ। ਭਾਈ ਵੀਰ ਸਿੰਘ ਜੀ ਆਖਦੇ ਹਨ ਕਿ ਇੱਕ ਕੋਲਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕਿ ਜੇਕਰ ਕੋਲਾ ਅੱਗ ਨਾਲੋਂ ਵਿਛੜ ਕੇ ਆਖੇ ਵੀ ਮੈਂ ਸਦਾ ਲਾਲ ਰਹਾ, ਉਵੇਂ ਭਖਦਾ ਰਵਾਂ, ਨਹੀਂ ਭਖੇਗਾ। ਭਾਈ ਵੀਰ ਸਿੰਘ ਆਂਦੇ ਵੀ ਮੈਂ ਇੱਕ ਕੋਲਾ ਲਿਆ ਸਮਝਾਉਣ ਵਾਸਤੇ। ਆਂਦੇ ਕੋਲਾ ਹੁਣ ਕਾਲਾ ਸੀ, ਕਾਲੇ ਰੰਗ ਦਾ। ਕਹਿਣ ਲੱਗੇ ਇਸ ਕਾਲੇ ਰੰਗ ਦੇ ਕੋਲੇ ਨੂੰ ਮੈਂ ਲਾਲ ਕਰਨ ਵਾਸਤੇ ਬੜੇ ਯਤਨ ਕੀਤੇ। ਭਾਈ ਸਾਹਿਬ ਕੀ ਕੀਤਾ? ਕਹਿਣ ਲੱਗੇ ਮੈਂ ਇਸ ਕਾਲੇ ਕੋਲੇ ਨੂੰ ਲਾਲ ਸੁਰਖ ਫਿਰ ਵੇਖਣ ਵਾਸਤੇ ਇਹਨੂੰ ਪਾਣੀ ਦੇ ਨਾਲ ਮਲ ਕੇ ਧੋਤਾ, ਪਰ ਕੋਲਾ ਕਾਲੇ ਦਾ ਕਾਲਾ ਹੀ ਰਿਹਾ। ਫਿਰ ਆਖਣ ਲੱਗੇ ਜਦੋਂ ਪਾਣੀ ਦੇ ਨਾਲ ਵੀ ਗੱਲ ਨਾ ਬਣੀ, ਫਿਰ ਭਾਈ ਸਾਹਿਬ ਕੀ ਕੀਤਾ? ਆਂਦੇ ਦੁੱਧ ਦੇ ਵਿੱਚ ਪਾਇਆ, ਸ਼ਾਇਦ ਇਹਦੀ ਕਾਲਖ ਲੈ ਜਾਏ, ਇਹ ਲਾਲ ਸੁਰਖ ਹੋ ਜਾਵੇ। ਆਂਦੇ ਦੁੱਧ ਦੇ ਵਿੱਚ ਪਾਇਆ ਵੀ ਕੋਲਾ ਫਿਰ ਕਾਲੇ ਦਾ ਕਾਲਾ। ਫਿਰ ਦਹੀਂ ਦੇ ਵਿੱਚ ਪਾਇਆ, ਪਰ ਉਹ ਜੋ ਭਖਣ ਵਾਲੀ ਜੋ ਉਹਦੀ ਰੰਗਤ ਸੀ ਲਾਲ, ਉਹ ਫਿਰ ਵੀ ਨਾ ਆਈ। ਪਾਣੀ ਨਾਲ ਮਲ ਕੇ ਧੋਤਾ, ਦੁੱਧ ਦੇ ਵਿੱਚ ਪਾਇਆ, ਦਹੀਂ ਦੇ ਵਿੱਚ ਪਾਇਆ, ਫਿਰ ਆਂਦੇ ਉਹਨੇ ਰੰਗ ਆਪਣਾ ਬਿਲਕੁਲ ਵੀ ਨਾ ਵਟਾਇਆ, ਕਾਲੇ ਦਾ ਕਾਲਾ ਹੀ ਰਿਹਾ। ਫਿਰ ਭਾਈ ਸਾਹਿਬ ਆਖਣ ਲੱਗੇ ਮੈਂ ਉਹਦੇ ਉੱਤੇ ਨਾ ਰੰਗ ਕਰਕੇ ਵੀ ਵੇਖਿਆ, ਉਹਦੇ ਉੱਤੇ ਰੰਗ ਵੀ ਚੜਾਇਆ, ਪਰ ਜਿਹੜੀ ਰੰਗਤ ਕੋਲੇ ਦੀ ਅੱਗ ਦੇ ਨਾਲ ਜੁੜ ਕੇ ਸੀ, ਜੋ ਸੁਰਖ, ਜੋ ਲਾਲ ਰੰਗ ਦਾ ਉਹ ਅੱਗ ਦੇ ਵਿੱਚ ਪੈ ਕੇ ਸੀ, ਉਵੇਂ ਦਾ ਬਿਲਕੁਲ ਵੀ ਨਾ ਹੋਇਆ। ਫਿਰ ਆਖਣ ਲੱਗੇ ਅਖੀਰ ਜਦੋਂ ਦੁੱਧ ਦੇ ਵਿੱਚ ਪਾ ਕੇ ਦਹੀਂ ਦੇ ਵਿੱਚ ਦਹੀਂ ਨਾਲ ਮਲ ਕੇ ਧੋ ਕੇ ਵੀ ਕੋਲਾ ਕਾਲੇ ਦਾ ਕਾਲਾ ਹੀ ਰਿਹਾ। ਫਿਰ ਮਨ ਨੇ ਆਖਿਆ ਇਹਦਾ ਮੂਲ ਅੱਗ ਹੈ, ਕਿਉਂ ਨਾ ਇਹਦੇ ਮੂਲ ਨਾਲ ਜੋੜਿਆ ਜਾਵੇ। ਜਿਸ ਵੇਲੇ ਉਹ ਕੋਲੇ ਨੂੰ ਫਿਰ ਅੱਗ ਦੇ ਨਾਲ ਮਿਲਾਇਆ, ਭਾਈ ਵੀਰ ਸਿੰਘ ਆਖਣ ਲੱਗੇ ਉਹ ਕੋਲਾ ਫਿਰ ਲਾਲ ਸੁਰਖ ਹੋ ਕੇ ਭਖਣ ਲੱਗ ਗਿਆ, ਆਪਣੇ ਮੂਲ ਨਾਲ ਜੁੜ ਗਿਆ।
ਇਹੀ ਕਾਰਨ ਸੀ ਕਿ ਜਦੋਂ ਆਪਾਂ ਆਪਣੇ ਮੂਲ ਦੇ ਨਾਲ ਜੁੜਾਂਗੇ, ਰੱਬ ਦੇ ਨਾਲ ਜੁੜਾਂਗੇ, ਆਨੰਦ ਦੇ ਵਿੱਚ, ਰੱਬ ਅਕਾਲ ਪੁਰਖ ਵਾਹਿਗੁਰੂ ਜੋਤ ਸਰੂਪ, ਜੋਤ ਸਰੂਪ ਦਾ ਮਤਲਬ ਨੂਰ ਹੀ ਨੂਰ ਹੈ, ਉਹਦੇ ਵਿੱਚ ਖੇੜਾ ਹੈ, ਆਨੰਦ ਹੈ। ਤੇ ਜਿਹੜਾ ਖੇੜੇ ਦੇ ਨਾਲ ਜੁੜੇਗਾ, ਆਨੰਦ ਸਰੂਪ ਪਰਮੇਸ਼ਰ ਨਾਲ ਜੁੜੇਗਾ, ਸਾਧ ਸੰਗਤ ਜੀ ਸਦਾ ਆਨੰਦ ਦੇ ਵਿੱਚ ਰਹੇਗਾ। ਪਰ ਮੂਲ ਨਾਲ ਜੁੜਨਾ ਪਵੇਗਾ। ਮੂਲ ਆਪਣਾ ਸਾਰਿਆਂ ਦਾ ਵਾਹਿਗੁਰੂ ਹੈ। ਕਲਗੀਧਰ ਜੀ ਦਾ ਫਰਮਾਨ ਹੈ, ਮਹਾਰਾਜ ਫਰਮਾਉਂਦੇ, ਜਿਵੇਂ ਇੱਕ ਅੱਗ ਦੇ ਵਿੱਚੋਂ ਕਈ ਚੰਗਿਆੜੀਆਂ ਨਿਕਲਦੀਆਂ ਹਨ। ਅੱਗ ਬਲਦੀ ਹੋਵੇ, ਬਲਦੀ ਅੱਗ ਦੇ ਵਿੱਚੋਂ ਚੰਗਿਆੜੇ ਨਿਕਲਦੇ ਹਨ, ਤੇ ਉਹ ਚੰਗਿਆੜੇ ਤਾਂ ਨੂੰ ਜਾਂਦੇ ਹਨ ਉੱਪਰ ਵੱਲ, ਪਰ ਫਿਰ ਉਹ ਕੁਝ ਸਮੇਂ ਬਾਅਦ ਉਸੇ ਹੀ ਅੱਗ ਦੇ ਵਿੱਚ ਸਮਾ ਜਾਂਦੇ ਹਨ। ਇਸੇ ਤਰ੍ਹਾਂ ਹੀ ਜਿਹੜੀ ਮਿੱਟੀ ਹੈ, ਜਦੋਂ ਇਹਨੂੰ ਹਵਾ ਦੀ ਸੰਗਤ ਹੁੰਦੀ ਹੈ ਤੇ ਮਿੱਟੀ ਫਿਰ ਉੱਡਦੀ ਹੈ ਧੂੜ ਬਣ ਕੇ, ਤੇ ਉਸੇ ਹੀ ਮਿੱਟੀ ਦੇ ਕਈ ਛੋਟੇ ਛੋਟੇ ਜਿਹੜੇ ਹਿੱਸੇ ਹਨ, ਛੋਟੇ ਛੋਟੇ ਕਣ ਹਨ, ਪਾਰਟੀਕਲ ਹਨ, ਉਹ ਹਵਾ ਦੇ ਨਾਲ ਉੱਡ ਕੇ ਤਾਂ ਨੂੰ ਜਾਂਦੇ ਹਨ, ਪਰ ਫਿਰ ਥੋੜੇ ਸਮੇਂ ਬਾਅਦ ਉਸੇ ਹੀ ਮਿੱਟੀ ਦੇ ਵਿੱਚ ਸਮਾ ਜਾਂਦੇ ਹਨ। ਪਾਣੀ ਹੈ, ਪਾਣੀ ਦੇ ਵਿੱਚ ਕਿੰਨੀਆਂ ਹੀ ਵੱਖ-ਵੱਖ ਤਰੰਗਾਂ ਉਤਪੰਨ ਹੁੰਦੀਆਂ ਹਨ, ਪਰ ਫਿਰ ਅਖੀਰ ਉਸੇ ਹੀ ਪਾਣੀ ਦੇ ਵਿੱਚ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਆਖਦੇ, ਆਪਾਂ ਜਿੰਨੀ ਵੀ ਇਹ ਸਾਰਾ ਪਸਾਰਾ ਵੇਖ ਰਹੇ ਹਾਂ, ਅਸਲ ਦੇ ਵਿੱਚ ਇਹ ਸਾਰਾ ਹੀ ਉਸ ਵਾਹਿਗੁਰੂ ਦਾ ਪਸਾਰਿਆ ਹੋਇਆ ਹੈ, ਉਸ ਦਾ ਹੀ ਰੂਪ ਹੈ। ਜਿਵੇਂ ਚੰਗਿਆੜੀਆਂ ਉੱਠੀਆਂ, ਧੂੜ ਉੱਠੀ, ਪਾਣੀ ਦੇ ਵਿੱਚੋਂ ਤਰੰਗਾਂ ਉੱਠ ਕੇ ਫਿਰ ਆਪਣੇ ਮੂਲ ਦੇ ਵਿੱਚ ਸਮਾ ਗਈਆਂ, ਇਸੇ ਤਰ੍ਹਾਂ ਇਹ ਸਾਰੇ ਜੀਵ, ਸਾਰੀ ਰਚਨਾ ਉਸ ਵਾਹਿਗੁਰੂ ਤੋਂ ਹੀ ਉਤਪੰਨ ਹੋਈ ਹੈ, ਅਖੀਰ ਉਸੇ ਵਿੱਚ ਸਮਾ ਜਾਏਗੀ। ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਕੈ ਫਿਰ ਆਗ ਮੈਂ ਮਿਲਾहेंगे। जैसे एक धूर ते अनेक धूर पूरत है, धूर के कनूका फिर धूर ही समाहेंगे। जैसे एक नद ते तरंग कोट उपजत है, पान के तरंग सबै पान ही कहाहेंगे। तैसे विश्व रूप ते अभूत भूत प्रगट होए, ताही ते उपज सबै ताही मैं समाहेंगे। पैदा ਉਹਦੇ ਤੋਂ ਹੀ ਹੋਏ ਤੇ ਉਸ ਵਿੱਚ ਹੀ ਸਮਾ ਜਾਣਾ ਹੈ। ਪਰ ਜਿੰਨਾ ਚਿਰ ਆਪਾਂ ਇਸ ਸੰਸਾਰ ਦੇ ਵਿੱਚ ਰਹਿ ਰਹੇ ਹਾਂ, ਵਿਚਰ ਰਹੇ ਹਾਂ, ਜੇਕਰ ਆਪਣੇ ਮੂਲ ਤੋਂ ਟੁੱਟੇ ਰਹੇ, ਸਾਧ ਸੰਗਤ ਜੀ ਦੁੱਖਾਂ ਦੇ ਵਿੱਚ ਹੀ ਜੀਵਨ ਬਤੀਤ ਹੋਏਗਾ। ਪਰ ਜੇਕਰ ਮੂਲ ਨਾਲ ਜੁੜ ਗਏ ਤੇ ਫਿਰ ਆਨੰਦ ਦੇ ਵਿੱਚ ਰਹਾਂਗੇ। ਉਹੀ ਆਨੰਦ ਸੀ ਨਾ। ਵੇਖੋ, ਜੇ ਆਪਾਂ ਬਾਣੀ ਦੇ ਨਾਲ ਜੁੜੇ, ਉਹੀ ਜਪਜੀ ਉਹ ਗੁਰਸਿੱਖਾਂ ਨੇ ਪੜ੍ਹੀ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਰ ਉਹਨਾਂ ਨੇ ਉਸ ਜਪਜੀ ਸਾਹਿਬ ਨੂੰ ਪੜ੍ਹ ਕੇ, ਉਸ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਕਮਾ ਲਿਆ, ਆਪਣੇ ਜੀਵਨ ਵਿੱਚ ਵਿਚਾਰ ਕੇ ਉਹਨੂੰ ਆਪਣੇ ਜੀਵਨ ਦੇ ਵਿੱਚ ਉਹ ਗੁਣਾਂ ਨੂੰ ਧਾਰਨ ਕਰ ਲਿਆ। ਉਹੀ ਭਾਈ ਮਨੀ ਸਿੰਘ ਸਾਹਿਬ ਜੀ ਸਨ, ਜਿਨ੍ਹਾਂ ਦਾ ਬੰਦ-ਬੰਦ ਕੱਟਿਆ ਗਿਆ, ਪਰ ਮੂਲ ਨਾਲ ਜੁੜ ਕੇ ਆਨੰਦ ਦੇ ਵਿੱਚ ਸਨ। ਖੋਪੜੀ ਲਵਾਣੀ ਸੌਖੀ ਨਹੀਂ ਕਿ ਸਿੱਧਾ ਜਿਉਂਦੇ ਬੰਦੇ ਦੀ ਖੋਪੜੀ ਲਾ ਦਵੋ, ਪਰ ਭਾਈ ਤਾਰੂ ਸਿੰਘ ਜੀ ਆਨੰਦ ਦੇ ਵਿੱਚ ਸਨ। ਕਿਉਂ? ਗੁਰੂ ਕੇ ਬਚਨਾਂ ਦੇ ਨਾਲ ਜੁੜੇ ਹੋਏ ਸਨ। ਇਸੇ ਤਰ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਕਿੰਨੇ ਗੁਰਸਿੱਖਾਂ ਦੇ ਨਾਮ ਲਈਏ, ਪਰ ਅੱਜ ਤੱਕ ਸਿੱਖ ਇਤਿਹਾਸ ਦੇ ਵਿੱਚ ਆਪਾਂ ਨੂੰ ਕੋਈ ਇਹੋ ਜਿਹਾ ਨਾਮ ਨਹੀਂ ਮਿਲੇਗਾ ਜਿਹੜਾ ਕੋਈ ਕਹਿ ਦਵੇ ਵੀ ਹਾਂ ਮੈਂ ਸਿੱਖੀ ਤੋਂ ਬੇਮੁਖ ਹੋ ਕੇ ਤੇ ਆਪਣੀ ਜਾਨ ਬਖਸ਼ਾ ਲਵਾਂ। ਉਹ ਆਨੰਦ ਦੇ ਵਿੱਚ ਸਨ ਸਦਾ। ਉਹਨਾਂ ਵਾਸਤੇ ਜੀਵਨ ਵੀ ਆਨੰਦ ਸੀ, ਉਹਨਾਂ ਵਾਸਤੇ ਮੌਤ ਵੀ ਆਨੰਦ ਸੀ। ਉਹ ਆਖਦੇ ਸਨ ਮੋਹੇ ਮਰਨੇ ਕਾ ਚਾਉ ਹੈ, ਪਰ ਕਿਉਂ ਆਪਣੇ ਮੂਲ ਦੇ ਨਾਲ ਜੁੜੇ ਹੋਏ ਸਨ। ਇਸੇ ਕਾਰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ, ਭਾਈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ ਲੈ। ਜੇਕਰ ਮੂਲ ਨੂੰ ਪਛਾਣ ਲਵੇਂਗਾ ਫਿਰ ਤੈਨੂੰ ਕੋਈ ਵੀ ਦੁੱਖ ਵਿਆਪੇਗਾ ਨਹੀਂ। ਮਹਾਰਾਜ ਜੀ ਨੇ ਕਿਹਾ ਨਾ, ਗੁਰੂ ਤੇਗ ਬਹਾਦਰ ਸਾਹਿਬ ਨੇ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਬੰਦਾ ਦੁੱਖ ਦੇ ਵਿੱਚ ਦੁੱਖ ਨਾ ਮੰਨੇ। ਐਵੇਂ ਤੇ ਹੋ ਨਹੀਂ ਸਕਦਾ ਵੀ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਨਾ ਆਵੇ, ਨਹੀਂ, ਦੁੱਖ ਆਵੇਗਾ, ਪਰ ਇਹ ਹੁਣ ਮਨੁੱਖ ਤੇ ਨਿਰਭਰ ਕਰੇਗਾ ਵੀ ਉਹ ਦੁੱਖ ਨੂੰ ਦੁੱਖ ਮੰਨਦਾ ਹੈ ਕਿ ਨਹੀਂ ਮੰਨਦਾ। ਅਸਲ ਦੇ ਵਿੱਚ ਅੱਖਾਂ ਦੇ ਸਾਹਮਣੇ ਲਾਲ ਸ਼ਹੀਦ ਕਰਾਉਣੇ, ਮਾਂ ਪਿਓ ਆਪਣੇ ਬੱਚੇ ਦੀ ਛੋਟੀ ਤੋਂ ਛੋਟੀ ਸਪੀਡ ਨਹੀਂ ਜਰ ਸਕਦਾ। ਛੋਟੀ ਜੀ ਕਿਤੇ ਸੱਟ ਫੇਟ ਵੱਜ ਜਾਵੇ ਤੇ ਮਾਂ ਪਿਓ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ। ਪਰ ਉਹ ਕਿਹੋ ਜਿਹਾ ਜਿਗਰਾ ਸੀ, ਕਿਹੋ ਜਿਹਾ ਆਨੰਦ ਸੀ ਵੀ ਅੱਖਾਂ ਦੇ ਸਾਹਮਣੇ ਜੇਕਰ ਬਾਬਾ ਅਜੀਤ ਸਿੰਘ ਸ਼ਹੀਦ ਹੋਏ ਤੇ ਜੇ ਛੋਟਾ ਪੁੱਤਰ ਬਾਬਾ ਜੁਝਾਰ ਸਿੰਘ ਆਗਿਆ ਲੈਣ ਵਾਸਤੇ ਆਏ ਤੇ ਕਲਗੀਧਰ ਪਿਤਾ ਆਂਦੇ, ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪਣੇ ਆਪ ਚੱਲ ਕੇ ਆਏ।
ਫਿਰ ਮਹਾਰਾਜ ਜੀ ਨੇ ਥਾਪੜਾ ਦੇ ਕੇ ਤੋਰਿਆ ਅੱਖਾਂ ਦੇ ਸਾਹਮਣੇ। ਇਸ ਕਰਕੇ ਉਹੀ ਮੇਨ ਵਿਚਾਰ ਜੋ ਆਪਾਂ ਜਿੱਥੋਂ ਸ਼ੁਰੂ ਕੀਤਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਜਿਨੇ ਆਪਣੇ ਮੂਲ ਨੂੰ ਪਛਾਣ ਲਿਆ ਉਹ ਸਦਾ ਆਨੰਦ ਦੇ ਵਿੱਚ ਟਿਕ ਕੇ, ਸਾਧ ਸੰਗਤ ਜੀ, ਉਹ ਭਾਵੇਂ ਗ੍ਰਸਤੀ ਹੈ ਤੇ ਭਾਵੇਂ ਉਦਾਸੀ ਹੈ, ਇਹ ਕੋਈ ਜ਼ਰੂਰੀ ਨਹੀਂ। ਭਾਵੇਂ ਪਹਿਲੇ ਸਮਿਆਂ ਦੇ ਵਿੱਚ ਇਹ ਮੱਤ ਰਹੀ, ਅੱਜ ਵੀ ਚੱਲਦੀ ਹੋਵੇਗੀ ਕਿ ਜਿਹੜਾ ਬੰਦਾ ਗ੍ਰਸਤੀ ਹੈ ਉਹ ਰੱਬ ਨੂੰ ਨਹੀਂ ਪਾ ਸਕਦਾ। ਪਰ ਸਦਕੇ ਜਾਈਏ ਗੁਰਸਿੱਖੋ ਆਪਣੇ ਬਾਬੇ ਨਾਨਕ ਤੇ। ਬਾਬਾ ਨਾਨਕ ਕਹਿੰਦਾ ਵੀ ਜੇਕਰ ਰੱਬ ਨੂੰ ਪਾਣਾ ਹੈ ਤੇ ਗ੍ਰਸਤ ਵਰਗਾ ਮਾਰਗ ਹੀ ਕੋਈ ਨਹੀਂ। ਹੋਰਾਂ ਮੱਤਾਂ ਦੇ ਵਿੱਚ ਇਹ ਫੈਲਾਇਆ ਗਿਆ, ਇਹ ਪ੍ਰਚਾਰਿਆ ਗਿਆ ਕਿ ਗ੍ਰਸਤ ਇੱਕ ਬੰਧਨ ਹੈ। ਤੇ ਮਹਾਰਾਜ ਆਂਦੇ ਨਹੀਂ, ਜੇਕਰ ਗੁਰੂ ਮਿਲ ਜਾਵੇ, ਬੰਦਾ ਗੁਰੂ ਦੇ ਉਪਦੇਸ਼ ਨੂੰ ਕਮਾ ਲਵੇ, ਸੱਚ ਇਹ ਹੈ ਹੱਸਦਿਆਂ ਖੇਡਦਿਆਂ ਜ਼ਿੰਦਗੀ ਬਤੀਤ ਕਰਦਿਆਂ ਬੰਦਾ ਗ੍ਰਸਤੀ ਦੇ ਵਿੱਚ ਹੀ ਉਸ ਰੱਬ ਨੂੰ ਪਾ ਲਏਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੈ ਹੋਵੇ ਮੁਕਤ। ਮਹਾਰਾਜ ਜੀ ਨਹੀਂ ਕਿਹਾ ਕਿ ਘਰ ਬਾਰ ਛੱਡਣਾ ਪਏਗਾ, ਕਿੰਨਾ ਸੌਖਾ ਮਾਰਗ ਦੱਸ ਦਿੱਤਾ। ਕੇਵਲ ਇਹ ਕਿ ਆਪਣਾ ਮੂਲ ਪਛਾਣੋ। ਮੂਲ ਪਛਾਣਿਆ ਜਾਏਗਾ ਜਦੋਂ ਆਪਾਂ ਗੁਰੂ ਕੀ ਬਾਣੀ ਨਾਲ ਜੁੜ ਕੇ ਨਾਮ ਜਪਾਂਗੇ, ਬਾਣੀ ਪੜਾਂਗੇ, ਸਿਮਰਨ ਕਰਾਂਗੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਮਾਰਗ ਹੈ ਗ੍ਰਸਤੀ ਦਾ, ਕੱਲ ਜੋ ਦਿਨ ਹੈ, ਕੱਲ ਦਾ ਦਿਨ 22 ਸਤੰਬਰ ਨੂੰ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ, ਉੱਥੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਬਾਬਾ ਨਾਨਕ ਜੀ ਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਕੱਲ ਨੂੰ, ਗੁਰਦੁਆਰਾ ਕੰਧ ਸਾਹਿਬ ਜੋੜ ਮੇਲਾ ਹੁੰਦਾ। ਹੁਣ ਆਪਾਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਉਂਦੇ ਹਾਂ। ਕਿਉਂ ਮਨਾਉਂਦੇ ਹਾਂ? ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਜੀਵਨ ਜਿਉਣ ਦੀ ਇੱਕ ਜਾਚ ਦੱਸੀ। ਕੇਵਲ ਬਾਬੇ ਨਾਨਕ ਨੇ ਉਪਦੇਸ਼ ਨਹੀਂ ਕੀਤਾ ਕਿ ਭਾਈ ਗੁਰਸਿੱਖੋ ਤੁਸੀਂ ਇਹ ਵੀ ਕਰਨਾ, ਤੁਸੀਂ ਇਹ ਵੀ ਕਰਨਾ, ਤੇ ਆਪ ਕੱਖ ਕੀਤਾ ਨਾ ਹੋਵੇ। ਬਾਬਾ ਜੀ ਨੇ ਗ੍ਰਸਤੀ ਨੂੰ ਵੀ ਧਾਰਨ ਕੀਤਾ, ਗ੍ਰਸਤ ਨੂੰ ਧਾਰਨ ਕਰਕੇ ਤੇ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਇਆ। ਇਹ ਨਹੀਂ ਕਿ ਗ੍ਰਸਤੀ ਧਾਰਨ ਕਰਕੇ ਤੇ ਫਿਰ ਕੰਮਕਾਰ ਛੱਡ ਕੇ ਬਹਿ ਗਏ। ਵਿਆਹ ਹੋਇਆ, ਉਹ ਇੱਕ ਅੱਡ ਗੱਲ ਸੀ ਕਿ ਮੁੱਢਲੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਿਰਤੀ ਸੰਸਾਰ ਦੇ ਵਿੱਚ ਨਹੀਂ ਸੀ ਖਚਤ ਹੁੰਦੀ, ਤੇ ਪਿਤਾ ਜੀ ਨੇ ਕਿਹਾ ਵੀ ਕਿਸੇ ਤਰੀਕੇ ਸੰਸਾਰ ਵਾਲੇ ਪਾਸੇ ਲਾਈਏ, ਕਿਤੇ ਇਹ ਸਾਧੂਆਂ ਦੇ ਨਾਲ ਰਲ ਕੇ ਸੰਸਾਰ ਤੋਂ ਨਿਰਲੇਪ ਹੀ ਨਾ ਹੋ ਜੇ। ਤੇ ਫਿਰ ਵਿਆਹ ਕੀਤਾ ਗਿਆ। ਉਸ ਤੋਂ ਬਾਅਦ ਸਾਧ ਸੰਗਤ ਜੀ, ਜਿਹੜਾ ਆਪਾਂ ਕੱਲ ਪੁਰਬ ਮਨਾਉਂਦੇ ਹਾਂ, ਵੇਖੋ ਇੱਥੇ ਵੀ ਬਾਬਾ ਨਾਨਕ ਜੀ ਨੇ ਸਭ ਤੋਂ ਵੱਡਾ ਸਾਨੂੰ ਸਿਧਾਂਤ ਦਿੱਤਾ। ਉਹ ਸਿਧਾਂਤ ਕੀ ਸੀ ਕਿ ਪਹਿਲਿਆਂ ਸਮਿਆਂ ਦੇ ਵਿੱਚ ਵੇਦੀ ਦੇ ਦੁਆਲੇ, ਅੱਗ ਦੇ ਦੁਆਲੇ ਫੇਰੇ ਕੀਤੇ ਜਾਂਦੇ ਸਨ। ਜੋ ਆਪਾਂ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਉਂਦੇ ਹਾਂ, ਮਨਾਉਂਦੇ ਹੀ ਇਸ ਕਰਕੇ ਆ ਕਿ ਆਪਾਂ ਨੂੰ ਉਹਦੇ ਤੋਂ ਕੀ ਸਿੱਖਿਆ ਮਿਲਦੀ ਹੈ। ਸਤਿਗੁਰੂ ਨੇ ਸਾਨੂੰ ਸਿਧਾਂਤ ਕੀ ਦਿੱਤਾ। ਪਹਿਲੇ ਸਮਿਆਂ ਦੇ ਵਿੱਚ ਹੁਣ ਉਹ ਵੇਦੀ ਦੇ ਦੁਆਲੇ ਫੇਰੇ ਕਰਕੇ, ਉਹਦੀ ਪਰਿਕਰਮਾ ਕਰਕੇ ਅੱਗ ਦੇ, ਉਹਨੂੰ ਸਾਖੀ ਮੰਨ ਕੇ ਸੰਗਤ ਜੀਓ ਵਿਆਹ ਹੁੰਦੇ, ਕਾਰਜ ਹੁੰਦੇ ਸਨ। ਅੱਜ ਬਾਬਾ ਨਾਨਕ ਜੀ ਦਾ ਜਿਸ ਵੇਲੇ ਵਿਆਹ ਹੋਣ ਲੱਗਾ, ਬਾਬਾ ਨਾਨਕ ਜੀ ਗਏ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜਦੋਂ ਉੱਥੇ ਪਹੁੰਚਦੇ ਹਨ, ਸਾਰੀ ਤਿਆਰੀ ਹੋਈ ਪਈ, ਪਰ ਬਾਬਾ ਜੀ ਨੇ ਆਖਿਆ ਵੀ ਅੱਗ ਦੇ ਦੁਆਲੇ ਨਹੀਂ ਫੇਰੇ ਕਰਨੇ। ਮਹਾਰਾਜ ਅੱਗ ਦੇ ਦੁਆਲੇ ਨਹੀਂ ਕਰਨੇ, ਤੇ ਆਪਣੀ ਤੇ ਰੀਤ ਇਹ ਹੈ, ਆਪਾਂ ਤੇ ਇਹਨੂੰ ਹੀ ਸਾਖੀ ਮੰਨ ਕੇ ਤੇ ਇਹਦੇ ਦੁਆਲੇ ਫੇਰੇ ਕਰਕੇ ਫਿਰ ਆਪਾਂ ਗ੍ਰਸਤ ਨੂੰ ਧਾਰਨ ਕਰਨੇ ਹਾਂ। ਮਹਾਰਾਜ ਨੇ ਕਿਹਾ ਸਾਡਾ ਸਾਖੀ, ਸਾਡਾ ਸਾਰਾ ਕੁਝ ਹੀ ਸ਼ਬਦ ਹੈ, ਬਾਣੀ ਹੈ। ਗੁਰੂ ਨਾਨਕ ਸਾਹਿਬ ਨੇ ਧੁਰ ਤੋਂ ਮੁੱਢ ਤੋਂ ਸਾਨੂੰ ਸ਼ਬਦ ਦੇ ਨਾਲ ਜੋੜਿਆ। ਸ਼ਬਦ ਦੇ ਨਾਲ ਜਦੋਂ ਮਹਾਰਾਜ ਜੀ ਉਦਾਸੀਆਂ ਤੇ ਵੀ ਗਏ, ਸਿੱਧਾਂ ਨੇ ਪੁੱਛਿਆ ਜੀ ਤੁਹਾਡਾ ਗੁਰੂ ਕੌਣ? ਮਹਾਰਾਜ ਆਂਦੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਹੁਣ ਮਹਾਰਾਜ ਜੀ ਦਾ ਜਿਸ ਵੇਲੇ ਆਨੰਦ ਕਾਰਜ ਵਿਆਹ ਹੋਇਆ ਤੇ ਸਤਿਗੁਰੂ ਨੇ ਕਿਹਾ ਵੇਦੀ ਦੇ ਦੁਆਲੇ ਪਰਿਕਰਮਾ ਨਹੀਂ ਕਰਨੀ, ਤੇ ਫਿਰ ਕਿਵੇਂ ਵਿਆਹ ਕਰਨਾ ਹੈ? ਉਸ ਵੇਲੇ ਸਾਧ ਸੰਗਤ ਜੀ ਜਨਮ ਸਾਖੀਆਂ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ ਜੀ ਨੇ ਕਾਗਜ਼ ਦੇ ਉੱਤੇ ਮੂਲ ਮੰਤਰ ਲਿਖਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਸ਼ਬਦ ਨੂੰ ਲਿਖ ਕੇ ਸਾਧ ਸੰਗਤ ਜੀ ਇੱਕ ਉੱਚੀ ਜਗ੍ਹਾ ਤੇ ਸਥਾਪਿਤ ਕੀਤਾ ਗਿਆ, ਤੇ ਉਸ ਸ਼ਬਦ ਦੇ ਦੁਆਲੇ ਮਹਾਰਾਜ ਜੀ ਨੇ ਪਰਿਕਰਮਾ ਕਰਕੇ ਕੱਲ ਦੇ ਦਿਨ ਉੱਥੇ ਪਰਿਕਰਮਾ ਲਈਆਂ ਸਨ। ਵਿਆਹ ਹੋਇਆ ਸੀ ਬਾਬਾ ਜੀ ਦਾ। ਇਹ ਸਾਨੂੰ ਮੈਸੇਜ ਦਿੰਦਾ, ਇਹ ਸਾਨੂੰ ਸੰਦੇਸ਼ ਦਿੰਦਾ ਹੈ, ਭਾਈ ਗੁਰਸਿੱਖੋ ਆਪਣੇ ਧੁਰ ਨੂੰ, ਆਪਣੇ ਸਿਧਾਂਤਾਂ ਨੂੰ ਨਾ ਭੁੱਲ ਜਾਈਏ। ਅੱਜ ਸਾਡੇ ਵਿੱਚ ਵੱਡੀ ਘਾਟ ਆਈ, ਜੋ ਰੀਤਾਂ ਸਾਡੀਆਂ ਨਹੀਂ ਸਨ। ਅੱਜ ਗੁਰਸਿੱਖ ਆਨੰਦ ਕਾਰਜ ਤੇ ਕਰਦੇ, ਪਰ ਸਾਡੇ ਆਨੰਦ ਕਾਰਜਾਂ ਵੇਲੇ ਵੀ ਪਹਿਲਾਂ ਕੀ ਕੁਝ ਨਹੀਂ ਹੁੰਦਾ।
ਅੱਜ ਗੁਰੂ ਕੇ ਸਿੱਖ ਜਿਹੜੇ ਬਾਬੇ ਨੇ ਵਹਿਮਾਂ ਦੇ ਵਿੱਚੋਂ ਕੱਢਿਆ ਤੇ ਆਪਣੇ ਬਾਬੇ ਨੂੰ ਭੁੱਲ ਕੇ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਭੁੱਲ ਕੇ ਉਹੀ ਵਹਿਮਾਂ ਦੇ ਵਿੱਚ ਪਏ। ਮੂਰਤ ਕਢਾਏ ਜਾਂਦੇ, ਪੱਤਰੀਆਂ ਖਲਵਾਈਆਂ ਜਾਂਦੀਆਂ, ਪੁਰੋਹਿਤਾਂ ਕੋਲ, ਪੰਡਤਾਂ ਦੇ ਕੋਲ ਜਾਇਆ ਜਾਂਦਾ। ਠੀਕ ਹੈ, ਜਿਨ੍ਹਾਂ ਦਾ ਧਰਮ ਹੈ, ਕਰਮ ਹੈ, ਉਹ ਜਾਂਦੇ ਸੋਭਦੇ ਵੀ ਹਨ। ਪਰ ਗੁਰੂ ਕਾ ਸਿੱਖ ਗੁਰੂ ਨਾਨਕ ਦੇ ਦਰ ਨੂੰ ਜਾ ਛੱਡ ਕੇ ਤੇ ਕਿਸੇ ਹੋਰ ਥਾਂ ਤੇ ਮੱਥੇ ਰਗੜਦਾ ਫਿਰੇ, ਕਿਸੇ ਹੋਰ ਥਾਂ ਤੇ ਧੱਕੇ ਖਾਂਦਾ ਫਿਰੇ, ਸੋਭਦਾ ਨਹੀਂ। ਕਲਗੀਧਰ ਜੀ ਦਾ ਬਚਨ ਹੈ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਦੋਂ ਤੱਕ ਮੇਰੇ ਹੋੜ ਕੇ ਰਹਿਣਗੇ, ਰਹਿਤ ਬੈਤ ਵਾਲਾ ਚੜ੍ਹਦੀ ਕਲਾ ਵਾਲਾ ਗੁਰਸਿੱਖ ਹੋਏ, ਗੁਰੂ ਕਲਗੀਧਰ ਸਦਾ ਅੰਗ ਸੰਗ ਹੋਏਗਾ ਤੇ ਤੱਤੀ ਵਾਹ ਨਹੀਂ ਲੱਗੇਗੀ। ਤੇ ਜੇਕਰ ਗੁਰੂ ਦੇ ਦਰ ਤੇ ਆ ਕੇ ਫਿਰ ਬਾਰੀ ਬਾਰ ਗੁਰੂ ਨੂੰ ਮੱਥਾ ਟੇਕਣਾ ਤੇ ਬਾਹਰ ਜਾ ਕੇ ਤੇ ਹੋਰਾਂ ਕਰਮਕਾਂਡਾਂ ਦੇ ਵਿੱਚ ਪਏ ਰਹਿਣਾ, ਗੱਲ ਨਹੀਂ ਬਣੇਗੀ। ਸੋ ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਬੜਾ ਸੋਹਣਾ ਉਪਦੇਸ਼ ਬਖਸ਼ਿਆ, ਭਾਈ ਆਪਣੇ ਮੂਲ ਦੇ ਨਾਲ ਜੁੜੋ। ਤੇ ਮੂਲ ਦੇ ਨਾਲ ਜੁੜਨ ਵਾਸਤੇ ਬਾਹਰ ਅੰਦਰ ਜਾਣ ਦੀ ਲੋੜ ਨਹੀਂ, ਘਰ ਘਰ ਛੱਡਣ ਦੀ ਲੋੜ ਨਹੀਂ। ਗ੍ਰਸਤ ਨੂੰ ਧਾਰਨ ਕਰੋ, ਸਕਲ ਧਰਮ ਮਹਿ ਗ੍ਰਸਤ ਪ੍ਰਧਾਨ ਹੈ। ਗ੍ਰਸਤੀ ਦੇ ਵਿੱਚ ਰਹਿ ਕੇ ਗੁਰੂ ਦਾ ਉਪਦੇਸ਼ ਕਮਾਓ, ਬਾਣੀ ਦੇ ਬਚਨਾਂ ਨੂੰ ਕਮਾਓ, ਨਾਮ ਜਪੋ, ਸਿਮਰਨ ਕਰੋ। ਸਾਰਾ ਕੁਝ ਹੀ ਘਰ ਰਹਿੰਦਿਆਂ ਹੀ ਤੁਹਾਨੂੰ ਪ੍ਰਾਪਤ ਹੋਏਗਾ। ਸੋ ਮਹਾਰਾਜ ਜੀ ਨੇ ਜੋ ਸਿਧਾਂਤ ਸਾਨੂੰ ਬਖਸ਼ਿਆ, ਅਸੀਂ ਉਸ ਦੇ ਨਾਲ ਜੁੜੀਏ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਨਾਲ ਜੁੜੇ ਰਹਾਂਗੇ ਤੇ ਸੁਖੀ ਰਹਾਂਗੇ। ਜੇ ਮੂਲ ਨੂੰ ਛੱਡ ਕੇ, ਜਿਵੇਂ ਸਰੋਵਰ ਸੁੱਕ ਸੜ ਗਿਆ, ਉਹਦੇ ਉੱਤੇ ਕੋਈ ਰੰਗਤ ਨਾ ਰਹੀ, ਜਿਵੇਂ ਜੜ ਟੁੱਟ ਗਈ, ਜੜ ਤੋਂ ਦਰਖਤ ਟੁੱਟ ਗਿਆ, ਉਹ ਸੜ ਸੁੱਕ ਗਿਆ, ਉਹਦੇ ਤੇ ਕੋਈ ਰੌਣਕ ਨਾ ਰਹੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦਾ, ਇਹਦੇ ਗੁਣ ਵੀ ਸੜ ਜਾਂਦੇ ਹਨ, ਸੁੱਕ ਜਾਂਦੇ ਹਨ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਸਾਨੂੰ ਰੱਬ ਚੇਤੇ ਰਵੇ, ਸਾਨੂੰ ਗੁਰੂ ਕਾ ਬਚਨ ਚੇਤੇ ਰਹੇ, ਅਸੀਂ ਸਦਾ ਆਪਣੇ ਗੁਰੂ ਦੇ ਨਾਲ ਜੁੜੇ ਰਹੀਏ। ਇਹੀ ਆਪਾਂ ਅਰਦਾਸ ਕਰੀਏ। ਮਹਾਰਾਜ ਆਪਣੇ ਦਰੋਂ ਘਰੋਂ ਸਾਨੂੰ ਸਿੱਖੀ, ਸਿਦਕ, ਭਰੋਸਾ, ਨਾਮਦਾਨ ਬਖਸ਼ਣ। ਆਪ ਸਰਬੱਤ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ, ਜਿਨ੍ਹਾਂ ਨੇ ਆਪਣੀ ਹਜ਼ੂਰੀ ਅੰਦਰ ਜੁੜ ਬੈਠਣ ਦਾ ਸਮਾਂ ਬਖਸ਼ਿਆ। ਭਾਈ ਸਾਹਿਬ, ਇਹ ਭਾਈ ਸੁਰਿੰਦਰ ਸਿੰਘ ਜੀ, ਜਿੱਦਣ ਤੋਂ ਪ੍ਰੋਗਰਾਮ ਚੱਲ ਰਹੇ ਸਨ, ਇਹਨਾਂ ਨੇ ਬੜੀ ਸੇਵਾ ਨਿਭਾਈ। ਨਾਲ ਨਾਲ ਇਹ ਸਾਰੀ ਰਿਕਾਰਡਿੰਗ ਕਰਦੇ, ਨੈਟ ਤੇ ਸਾਰਾ ਇਹ ਜੋ ਵੀ ਪ੍ਰੋਗਰਾਮ ਹੁੰਦੇ ਉਹ ਚਲਾਉਂਦੇ ਹੁੰਦੇ ਸਨ। ਇਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ, ਇਹਨਾਂ ਦਾ ਧੰਨਵਾਦ। ਭਾਈ ਸਾਹਿਬ ਆਏ ਹਨ, ਇੱਕ ਬਾਣੀ ਚੈਨਲ ਤੇ ਲਾਈਵ ਕਰ ਰਹੇ ਹਨ, ਇਹਨਾਂ ਦਾ ਵੀ ਧੰਨਵਾਦ ਜੀ। ਆਪ ਸਭ ਦਾ ਧੰਨਵਾਦ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਨ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ। ਸਮੇਂ ਵਿੱਚ ਰਹਿੰਦਿਆਂ ਹੋਏ ਇਹਨਾਂ ਨੇ ਸਮਾਪਤੀ ਕੀਤੀ ਹੈ। ਸੋ ਸਾਧ ਸੰਗਤ, ਅਖੀਰ ਦੇ ਵਿੱਚ ਜਿਹੜੀਆਂ ਭਾਈ ਸਾਹਿਬ ਜੀ ਨੇ ਗੱਲਾਂ ਕੀਤੀਆਂ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵਹਿਮਾਂ ਅਤੇ ਭਰਮਾਂ ਦੇ ਵਿੱਚੋਂ ਕੱਢਣ ਦਾ ਪੂਰਾ ਜ਼ੋਰ ਲਾਇਆ ਹੈ ਸਾਧ ਸੰਗਤ। ਪਰ ਅਸੀਂ ਅੱਜ, ਮੈਂ ਸਿੱਖਾਂ ਨੂੰ ਦੇਖਦਾ, ਚੰਗੇ ਚੰਗੇ ਸਿੱਖਾਂ ਨੂੰ, ਸਾਧ ਸੰਗਤ, ਗਿੱਟਿਆਂ ਦੇ ਨਾਲ ਧਾਗੇ ਬੰਨੇ ਹੋਏ ਨੇ, ਗਲਾਂ 'ਚ ਤਵੀਤ ਬਾਹਾਂ ਤੇ ਬੰਨੇ ਹੋਏ ਨੇ, ਕੋਈ ਫਾਇਦਾ ਨਹੀਂ। ਮੈਂ 4 ਦਿਨ ਪਹਿਲਾਂ ਦੀ ਗੱਲ ਕਰਦਾ, ਸਾਧ ਸੰਗਤ, ਮੈਂ ਨਿਕਲ ਰਿਹਾ ਸੀ ਤੇ ਗੱਡੀ 4-5 ਬੰਦੇ ਖੜੇ ਹੋਏ ਨੇ। ਮੈਂ ਕਿਹਾ ਕੋਈ ਇੱਥੇ ਕੋਈ ਕੇਸ ਹੋ ਗਿਆ ਤਾਂ ਕਰਕੇ ਖੜੇ, ਚੰਗੇ ਖੜੀ ਜਾਣ। ਤੇ ਮੈਂ ਕਿਹਾ ਭਾਈ ਸਾਹਿਬ ਜੀ, ਤੁਸੀਂ ਇੱਥੇ ਕਾਹਤੋਂ ਖੜੇ ਹੋ? ਕਹਿੰਦੇ ਕਿ ਉਹ ਕਾਲੀ ਬਿੱਲੀ ਹੈ, ਰਸਤਾ ਕੱਟ ਗਈ ਹੈ। ਮੈਂ ਕਿਹਾ ਯਾਰ, ਮੈਨੂੰ ਨਿਕਲ ਲੈਣ ਤੋਂ ਪਹਿਲਾਂ ਜੋ ਹੋਣਾ ਮੈਨੂੰ ਹੋੜ ਦੇ। ਗੁਰੂ ਤੇ ਭਰੋਸਾ ਰੱਖੋ, ਤੁਸੀਂ ਗੁਰੂ ਦਾ ਕੰਮ ਕਰੋ ਸਾਧ ਸੰਗਤ, ਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਏਗਾ। ਨਹੀਂ ਤੇ ਤੁਹਾਡੇ ਨੈਟ ਤੇ ਇੱਕ ਚੀਜ਼ ਪਈ ਹੋਈ ਹੈ ਸਾਧ ਸੰਗਤ, ਕਲਕੱਤੇ ਦਾ ਸਿੱਖ ਹੈ, ਕਲਕੱਤੇ ਦਾ। ਉਹ ਸਿੱਖ ਆਸਤਿਕ ਤੌਰ ਤੇ ਬੜਾ ਗਰੀਬ ਹੈ, 3 ਧੀਆਂ ਨੇ, ਉਸ ਦੀਆਂ 1 ਪੁੱਤਰ ਹੈ, ਬਹੁਤ ਗਰੀਬ ਹੈ। ਤੇ ਗੁਰਦੁਆਰੇ ਕਦੇ ਨਹੀਂ ਗਿਆ। ਉਹ ਆਪਣਾ ਜਿੰਨਾ ਵੀ ਕੰਮ ਨਿੱਕਾ ਮੋਟਾ ਉਹ ਕਰਦਾ ਸੀ। ਪਰ ਜਿਸ ਵੇਲੇ ਧੀਆਂ ਵਿਆਹਣ ਵਾਲੀਆਂ ਹੋ ਜੀਆਂ, ਕਬੀਲਦਾਰੀ ਜ਼ਿਆਦਾ ਵੱਧ ਗਈ ਘਰ ਦੇ ਵਿੱਚ, ਤੇ ਫਿਰ ਥਾਂ ਥਾਂ ਤੇ ਬੰਦਾ ਜਾਂਦਾ ਹੈ ਸਾਧ ਸੰਗਤ। ਜਦੋਂ ਦੁਖੀ ਬੰਦਾ ਹੁੰਦਾ ਤੇ ਹਰ ਥਾਂ ਤੇ ਜਾ ਕੇ ਟੱਕਰਾਂ ਮਾਰਦਾ ਹੈ। ਉਸਦਾ ਸੰਬੰਧ ਕਿਸੇ ਮਹਾਂਪੁਰਸ਼ ਦੇ ਨਾਲ ਹੋਇਆ, ਰੱਬ ਦੇ ਪਿਆਰੇ ਦੇ ਨਾਲ ਹੋਇਆ। ਤੇ ਸਾਧ ਸੰਗਤ, ਉਸ ਰੱਬ ਦੇ ਪਿਆਰੇ ਨੇ ਪਤਾ ਕੀ ਕੀਤਾ? ਉਹਨੇ ਮੂਲ ਮੰਤਰ ਦਾ ਪਾਠ ਲਿਖ ਕੇ ਨੇ ਉਹਨਾਂ ਨੂੰ ਦੇ ਦਿੱਤਾ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਤੱਕ ਮੂਲ ਮੰਤਰ ਦਾ ਪਾਠ ਲਿਖ ਕੇ ਦੇ ਦਿੱਤਾ। ਤੇ ਕਹਿੰਦਾ ਭਈ ਸਵੇਰੇ ਉੱਠਿਆ ਕਰ, ਇਸ਼ਨਾਨ ਪਾਣੀ ਕਰਿਆ ਕਰ,
ਤੇ ਘਰ ਵਾਲਿਆਂ ਨੂੰ ਕਹੇ ਕਿ ਮੈਂ ਦਿਹਾੜੀ ਲਾਉਣ ਚੱਲਿਆ, ਕੰਮ ਕਰਨ ਚੱਲਿਆ। ਤੇ ਸਾਧ ਸੰਗਤ ਕਹਿੰਦਾ ਇਸ ਦੇ ਨਾਲ ਫਾਇਦਾ ਹੋਏਗਾ। ਕਹਿੰਦੇ ਕਰਕੇ ਤਾਂ ਦੇਖ। ਅਸੀਂ ਜਿਹੜਾ ਨਾ ਫਾਇਦਾ ਜਿਹੜਾ ਉਹ ਕਰੰਟ ਚਾਹੁੰਦੇ ਆ, ਕੰਮ ਨਹੀਂ ਕਰਦੇ। ਸਾਧ ਸੰਗਤ ਮਿਹਨਤ ਨਹੀਂ ਕਰਦੇ। ਤੇ ਮਹਾਂਪੁਰਸ਼ ਕਹਿੰਦੇ ਕਰਕੇ ਤਾਂ ਵੇਖ। ਥੋੜਾ ਚਿਰ ਗਿਆ ਇਹ ਘਰ। ਸਾਧ ਸੰਗਤ ਸਵੇਰੇ ਅੰਮ੍ਰਿਤ ਵੇਲੇ ਨੇ ਇਸ਼ਨਾਨ ਕੀਤੇ ਨੇ। ਇਸ਼ਨਾਨ ਕਰਕੇ ਤੋਲੀਆ ਮੋਢੇ ਤੇ ਸੱਟਿਆ ਤੇ ਬਾਹਰ ਬਰੂਟੇ ਦੇ ਥੱਲੇ ਜਾ ਕੇ ਨਾ ਇਹਨੇ ਪੂਰਾ ਦਿਨ ਨਾਮ ਜਪਿਆ। ਪੂਰਾ ਦਿਨ ਨਾਮ ਜਪਿਆ। ਸ਼ਾਮ ਨੂੰ ਘਰ ਪਰਤਿਆ ਤੇ ਘਰ ਵਾਲੀ ਕਹਿੰਦੀ ਇਹ ਲਿਆਂਦਾ ਕਮਾ ਕੇ, ਕੁਛ ਪੈਸਾ ਲਿਆਂਦਾ। ਤੇ ਸਾਧ ਸੰਗਤ ਘਰ ਵਾਲੀ ਨੂੰ ਕਹਿੰਦਾ ਜਿਸ ਸ਼ਾਹੂਕਾਰ ਦੇ ਕੋਲ ਮੈਂ ਕੰਮ ਲੱਗਾ ਨਾ, ਜਿਨ੍ਹਾਂ ਕੋਲ ਲੱਗਾ, ਉਹ ਕਹਿੰਦੇ 1-2 ਦਿਨ ਦੇ ਇਕੱਠੇ ਪੈਸੇ ਦੇ ਦੇਵਾਂਗੇ। ਸਾਡੇ ਘਰ ਵੀ ਜਦੋਂ ਦਿਹਾੜੀ ਵਾਲੇ ਲੱਗਦੇ ਨੇ, ਦੇਖਿਆ ਨਾ ਤੁਸੀਂ, ਅਸੀਂ ਰੱਖ ਲੈਂਦੇ ਆ ਪੈਸੇ, ਕੱਲ ਦੇਵਾਂਗੇ, ਅੱਜ ਸਾਡੇ ਕੋਲ ਹੈ ਨਹੀਂ। ਉਹਨੇ ਏਦਾਂ ਕਹਿ ਕੇ ਆਪਣੀ ਘਰਵਾਲੀ ਨੂੰ ਟਾਲਿਆ। ਅਗਲਾ ਦਿਨ ਹੋਇਆ, ਸਾਧ ਸੰਗਤ ਦੁਆਰਾ ਗਿਆ ਹੈ। ਜਦੋਂ ਗਿਆ, ਕਈਆਂ ਤੇ ਕਿਰਪਾ ਜਿਹੜੀ ਹੈ 12-12 13-13 ਸਾਲ ਨਹੀਂ ਹੁੰਦੀ ਸਾਧ ਸੰਗਤ, ਕਈਆਂ ਤੇ ਝੱਟ ਹੋ ਜਾਂਦੀ ਹੈ। ਅਗਲੇ ਦਿਨ ਜਦੋਂ ਗਿਆ ਏ, ਵਾਪਸ ਪਰਤਿਆ ਤੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਸੀਗੀਆਂ। ਘਰ ਦੇ ਵਿੱਚ ਤੜਕੇ ਲੱਗੇ ਹੋਏ। ਜਿਸ ਘਰ ਦੇ ਵਿੱਚ ਖਾਣਾ ਨਹੀਂ ਸੀ ਬਣਦਾ, ਬੱਚਿਆਂ ਵਾਸਤੇ ਨਵੇਂ ਕੱਪੜੇ ਆ ਗਏ। ਤੇ ਸਾਧ ਸੰਗਤ ਨਗਦੀ ਫੜਾ ਕੇ ਕੋਈ ਗਿਆ ਉਹਨਾਂ ਨੂੰ। ਸੱਚ ਗੱਲ ਹੈ ਸਾਧ ਸੰਗਤ, ਨਗਦੀ ਫੜਾਈ ਹੈ। ਤੇ ਘਰ ਵਾਲੀ ਨੂੰ ਪੁੱਛਦਾ ਹੈ ਕਿੱਥੋਂ ਆਇਆ ਇਹ ਸਾਰਾ ਕੁਝ, ਕਿੱਥੋਂ ਆਇਆ? ਘਰ ਵਾਲੀ ਕਹਿੰਦੀ ਜਿਨ੍ਹਾਂ ਕੋਲ ਕੰਮ ਕਰਦਾ ਉਹ ਦੇ ਕੇ ਗਏ ਨੇ। 4 ਸਿੱਖ ਆਏ ਸੀ ਗੁਰੂ ਦੇ ਪਿਆਰੇ, ਉਹ ਦੇ ਗਏ ਨੇ, ਪਰ ਨਾਲ ਇੱਕ ਚਿੱਠੀ ਫੜਾ ਕੇ ਗਏ ਨੇ। ਉਹ ਕਹਿੰਦੇ ਕਿ ਤੁਸੀਂ ਨਹੀਂ ਪੜ੍ਹਨੀ, ਇਸੇ ਸਿੱਖ ਨੂੰ ਦਿਓ ਪੜ੍ਹਨ ਵਾਸਤੇ। ਤੇ ਸਾਧ ਸੰਗਤ ਜੋ ਚਿੱਠੀ ਦੇ ਵਿੱਚ ਲਿਖਿਆ ਸੀ ਨਾ, ਉਸ ਸਿੱਖ ਨੇ ਪੜ੍ਹੀ ਇਹ ਚਿੱਠੀ। ਚਿੱਠੀ ਵਿੱਚ ਪਤਾ ਕੀ ਲਿਖਿਆ ਸੀ? ਜਿਸ ਤਰ੍ਹਾਂ ਤੂੰ ਮਿਹਨਤ ਕਰ ਰਿਹਾ ਇਹਨੇ ਇਦਾਂ ਕਰੀ ਜਾ, ਮਜ਼ਦੂਰੀ ਦੀ ਫਿਕਰ ਨਾ ਕਰ, ਮਜ਼ਦੂਰੀ ਤੈਨੂੰ ਅਸੀਂ ਦੇਵਾਂਗੇ। ਆਖੋ ਸਤਨਾਮ। ਜਿਸ ਹਿਸਾਬ ਦੇ ਨਾਲ ਤੂੰ ਮਿਹਨਤ ਕਰ ਰਿਹਾ ਉਹ ਕਰੀ ਜਾਓ, ਮਜ਼ਦੂਰੀ ਤੈਨੂੰ ਅਸੀਂ ਦੇਵਾਂਗੇ, ਉਹਦੀ ਚਿੰਤਾ ਨਾ ਕਰੋ। ਤੁਸੀਂ ਸਾਧ ਸੰਗਤ ਅੰਮ੍ਰਿਤ ਵੇਲੇ ਗੁਰੂ ਘਰ ਆਵੋ, ਗੁਰੂ ਦੀ ਬਾਣੀ ਪੜ੍ਹੋ, ਗੁਰੂ ਦੇ ਨਾਲ ਜੁੜੋ। ਬਹੁਤ ਸਾਰੇ ਲੋਕਾਂ ਦੇ ਸਾਡੇ ਨਾਲ ਇਹ ਰਹਿੰਦੇ ਨੇ, ਬਾਬਾ ਜੀ ਸਾਡੀ ਬਾਣੀ ਸੁੱਧ ਨਹੀਂ, ਅਸੀਂ ਬਾਣੀ ਪੜ੍ਹਦੇ ਹਾਂ, ਕੋਈ ਸਾਡੀ ਟੁਕਾਈ ਕਰ ਦਿੰਦਾ। ਧਰਤੀ ਦੇ ਵਿੱਚ ਸਾਧ ਸੰਗਤ ਦਾਣਾ ਪਾਉਂਦੇ ਹੋ, ਟੇਢਾ ਪੈ ਗਿਆ ਤਾਂ ਵੀ ਜੰਮਣਾ, ਸਿੱਧਾ ਪੈ ਗਿਆ ਤਾਂ ਵੀ ਜੰਮਣਾ। ਮਿਹਨਤ ਕਰੋ। ਬਾਣੀ ਤਾਂ ਸਾਧ ਸੰਗਤ ਪੜ੍ਹਨੀ ਉਹ ਸੁੱਧ ਚਾਹੀਦੀ ਹੈ, ਮੈਂ ਨਹੀਂ ਕਹਿੰਦਾ, ਪਰ ਜਿਨ੍ਹਾਂ ਦੀ ਨਹੀਂ ਅਜੇ ਤੱਕ ਇੰਨੀ ਤਲੀਮ, ਤਾਂ ਡਰ ਕੇ ਵੀ ਪਿੱਛੇ ਨਹੀਂ ਹੋਣਾ। ਸਾਧ ਸੰਗਤ ਕਦਮ ਵਧਾਈ ਜਾਓ। ਗੁਰੂ ਸਾਹਿਬ ਜੀ ਆਪ ਕਿਰਪਾ ਕਰਨਗੇ। ਗੁਰੂ ਘਰ ਵੱਲ ਇੱਕ ਕਦਮ ਕੱਢੋਗੇ ਨਾ, ਤੁਹਾਡੇ ਭਾਈ ਰੋਜ਼ ਕਹਿੰਦੇ ਹੋਣ ਨੇ, ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ। ਗੁਰੂ ਸਾਹਿਬ ਜੀ ਅੱਗੇ ਹੋ ਕੇ ਸਾਧ ਸੰਗਤ ਆਉਂਦੇ ਨੇ, ਪਰ ਭਰੋਸਾ ਸਾਡਾ ਹੋਣਾ ਚਾਹੀਦਾ ਹੈ। ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ। ਮੈਂ ਪ੍ਰਧਾਨ ਕਿਰਪਾਲ ਸਿੰਘ ਜੀ ਦਾ ਅਤੇ ਸਾਰੀ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਾ। ਸਾਧ ਸੰਗਤ ਜਿਨ੍ਹਾਂ ਨੇ ਇਹ ਸਾਰਾ ਸਮਾਗਮ ਰਚਿਆ। ਸਾਧ ਸੰਗਤ ਮੇਰੀਆਂ ਭੈਣਾਂ ਬੈਠੀਆਂ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਈਸਟ, ਆਪਣਾ ਆਈਡਲ ਮੰਨ ਕੇ ਚੱਲਣਾ। ਸਾਧ ਸੰਗਤ ਇਸ ਗੱਲ ਨੂੰ ਨੋਟ ਕਰ ਲਿਓ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੀ ਚੀਜ਼ਾਂ ਗੁਰੂ ਸਾਹਿਬ ਜੀ ਮਹਾਰਾਜ ਨਹੀਂ ਦੇ ਸਕੇ, ਤੁਹਾਨੂੰ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਜੇ ਦੇ ਸਕਦਾ। ਭਰੋਸਾ ਕਰ ਲਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਉਹਨਾਂ ਨੂੰ ਈਸਟ ਬਣਾ ਲਓ, ਆਈਡਲ ਬਣਾ ਲਓ। ਦਰ ਦੇ ਨਾ ਭੜਕੋ। ਸਾਧ ਸੰਗਤ ਗੁਰੂ ਦੀ ਜਿੰਨੀ ਵੀ ਹੋ ਸਕਦੀ ਏ ਅਸੀਂ ਸਿਫਤ ਕਰੀਏ। ਸਾਧ ਸੰਗਤ ਵਡਿਆਈ ਦੇ ਨਾਲ ਹੀ ਵੱਡੇ ਨੂੰ ਪਾਇਆ ਜਾ ਸਕਦਾ ਹੈ। ਗੁਰੂ ਸਾਹਿਬ ਜੀ ਦੀ ਵਡਿਆਈ ਕਰੀਏ ਸਾਧ ਸੰਗਤ, ਤੇ ਧਿਆਨ ਰੱਖੀਏ ਚੌਧਰਾਂ ਪਿੱਛੇ ਨਾ ਪਵੀਏ। ਸਾਧ ਸੰਗਤ ਬਹੁਤ ਸਾਰੇ ਲੋਕਾਂ ਦੇ ਗੁਰਦੁਆਰਿਆਂ ਦੇ ਵਿੱਚ ਜਾਈਦਾ, ਉੱਥੇ ਸਾਧ ਸੰਗਤ 3-3 4-4 ਧੜੇ ਬਣੇ ਨੇ, ਲੜਦੇ ਨੇ। ਫਿਰ ਉਹ ਗੁਰੂ ਘਰਾਂ ਨੂੰ ਸਾਧ ਸੰਗਤ ਅੱਗੇ ਲੈ ਕੇ ਜਾਂਦੇ ਨੇ, ਥਾਣਿਆਂ ਤੱਕ ਲੈ ਕੇ ਜਾਂਦੇ ਨੇ, ਕੋਟਾਂ ਤੱਕ ਲੈ ਕੇ ਜਾਂਦੇ ਨੇ। ਇਹ ਕੁਰਸੀ ਦੀ ਉਹ ਖੇਡ ਹੈ ਸਾਧ ਸੰਗਤ। ਕੁਰਸੀ ਇੱਥੇ ਕੇਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਰਹਿਣ ਦਿਓ। ਜਿਹੜੀ ਕੁਰਸੀ ਹੈ ਨਾ ਦੇਖਣ ਨੂੰ ਚੰਗੀ ਲੱਗਦੀ ਹੈ, ਪਰ ਸਾਧ ਸੰਗਤ ਜਿਹੜੇ ਬੰਦਾ ਬੈਠ ਜਾਂਦਾ ਨਾ, ਉਹ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਹੋ ਜਾਂਦਾ। ਜਿਹਨੂੰ ਮਾਨ ਸਤਿਕਾਰ ਜ਼ਿਆਦਾ ਮਿਲਣ ਲੱਗ ਪੈਂਦਾ ਨਾ, ਉਹ ਮਾਨਸਿਕ ਤੌਰ ਤੇ ਖਰਾਬ ਹੋ ਜਾਂਦਾ। ਜਨਮਿਓ ਉਸ ਜਗ ਮਾਹੇ ਕੋ ਮਾਨ ਪਾਏ ਮਤ ਨਾ ਖੋਏ।
ਜਦੋਂ ਤੁਹਾਡਾ ਮਾਣ ਸਤਿਕਾਰ ਹੱਦ ਤੋਂ ਜ਼ਿਆਦਾ ਹੋਣਾ ਤੇ ਤੁਹਾਡੀ ਮੱਤ ਹੈ ਜਿਹੜੀ ਖਰਾਬ ਹੋ ਜਾਣੀ ਹੈ। ਪਰ ਇਸ ਜਗਤ ਦੇ ਵਿੱਚ ਇਸ ਵੇਲੇ ਜਿਹੜੀ ਖੇਡ ਚੱਲ ਰਹੀ ਹੈ ਨਾ, ਉਹ ਇੱਕ ਦੂਜੇ ਨੂੰ ਪਿੱਛੇ ਕਰਨ ਦੀ ਚੱਲ ਰਹੀ ਹੈ, ਅੱਗੇ ਕਰਨ ਦੀ ਨਹੀਂ ਚੱਲ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਕੇ ਚੱਲੀਏ ਸਾਧ ਸੰਗਤ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਿੱਖੀ ਦੇ ਉੱਤੇ ਕਰੜਾਈ ਦੇ ਨਾਲ ਪੈਰਾ ਦਈਏ। ਢਿੱਲੇ ਨਾ ਹੋਈਏ, ਸਮਾਂ ਬੜਾ ਥੋੜਾ ਸਾਡੇ ਕੋਲ। ਤ੍ਰੇਤਾ ਵਿੱਚ ਵੀ ਬੜੀ ਲੰਮੀ ਉਮਰ ਸੀ, ਦੁਆਪਰ ਵਿੱਚ ਵੀ ਬੜੀ ਲੰਮੀ ਉਮਰ ਸੀ, ਤੇ ਸਾਧ ਸੰਗਤ ਸਤਿਯੁਗ ਦੇ ਵਿੱਚ ਵੀ ਬੜੀ ਉਮਰ ਸੀ। ਅੱਜ ਸਾਧ ਸੰਗਤ 40 ਸਾਲ ਦੇ ਬੱਚਿਆਂ ਨੂੰ ਬਿਮਾਰੀਆਂ ਨੇ, ਸਾਡੀਆਂ ਭੈਣਾਂ ਨੂੰ ਬਿਮਾਰੀਆਂ ਨੇ। ਕਿੰਨੀ ਕੁ ਉਮਰ ਦੇ ਮਾਲਕ ਹਾਂ ਅਸੀਂ? ਤੇ ਟੋਟਲ 60 ਸਾਲ ਤੱਕ, 60 ਸਾਲ ਤੋਂ ਬਾਅਦ ਖਤਮ ਹੈ ਸਾਧ ਸੰਗਤ ਸਾਰਾ ਕੁਝ। ਕੋਈ ਉਹ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਖੁਰਾਕਾਂ ਖਾਧੀਆਂ ਹੋਈਆਂ ਨੇ। ਅੱਜ ਦੇ ਜਿੰਨੇ ਵੀ ਨਾਸਾ ਨੇ ਸਾਧ ਸੰਗਤ ਇਹ ਫੈਸਲਾ ਕਰ ਦਿੱਤਾ ਹੈ, ਜਿਹੜੀ ਨਿਊ ਜਨਰੇਸ਼ਨ ਹੈ ਸਾਡੀ, ਇਹ 60 ਸਾਲ ਤੋਂ ਬਾਅਦ ਬ੍ਰੇਕ ਆਊਟ ਹੋ ਜਾਏਗੀ, ਬ੍ਰੇਕ ਲੱਗ ਜਾਏਗੀ ਇਹਨਾਂ ਨੂੰ। ਤੇ ਜਿਹੜੇ ਪੁਰਾਣੇ ਬਜ਼ੁਰਗ ਉਹੀ 70-80 ਸਾਲ ਤੱਕ ਪਹੁੰਚੇ। ਸਮਾਂ ਬੜਾ ਥੋੜਾ ਸਾਡੇ ਕੋਲ, ਅਵਸਰ ਵੀ ਤੋਂ ਜਾਤ ਹੈ, ਤੇ ਸਾਨੂੰ ਡਬਲ ਰਫ਼ਤਾਰ ਦੇ ਨਾਲ ਸਾਧ ਸੰਗਤ ਚੱਲਣਾ ਚਾਹੀਦਾ। ਜੀਂਦੇ ਰਹਿੰਦਿਆਂ ਹੋਇਆਂ ਇਹੋ ਜਿਹੇ ਕੰਮ ਕਰ ਜਾਣੇ ਚਾਹੀਦੇ ਨੇ। ਸਮੁੱਚੀ ਕਾਇਨਾਤ ਨੂੰ ਸਾਧ ਸੰਗਤ ਗੁਰੂ ਦੇ ਨਾਲ ਜੋੜ ਕੇ ਜਾਈਏ। ਗੁਰੂ ਦੇ ਉੱਤੇ ਜਦੋਂ ਪਹਿਰਾ ਦਿਓਗੇ ਸਾਧ ਸੰਗਤ, ਗੁਰੂ ਵੀ ਤੁਹਾਡੇ ਹੱਕ ਦੇ ਵਿੱਚ ਖਲੋਵੇਗਾ। ਗੁਰੂ ਦੀ ਵਡਿਆਈ ਕਰੋ। ਜਿੱਥੇ ਗੁਰੂ ਦੀ ਨਿੰਦਿਆ ਹੁੰਦੀ ਹੈ ਤੇ ਬੋਲਣ ਦਾ ਵੀ ਸਾਧ ਸੰਗਤ ਹਿੰਮਤ ਰੱਖਿਆ ਕਰੋ। ਹਜ਼ੂਰ ਕਹਿੰਦੇ ਨੇ, ਗੁਰ ਕੀ ਨਿੰਦਾ ਸੁਨੇ ਨਾ ਕਾ। ਗੁਰੂ ਦੀ ਕਿਤੇ ਵੀ ਨਿੰਦਾ ਹੁੰਦੀ ਹੈ, ਹੱਥ ਬੰਨ ਕੇ ਖਲੋਏ ਕਿ ਭਾਈ ਸਾਹਿਬ ਜੀ ਤੁਸੀਂ ਸਾਈਡ ਤੇ ਹੋ ਜਾਓ। ਗੁਰੂ ਦੀ ਨਿੰਦਿਆ ਨਹੀਂ ਸਾਧ ਸੰਗਤ ਅਸੀਂ ਸੁਣਨੀ। ਗੁਰੂ ਦੀ ਬੇਇੱਜ਼ਤੀ ਜਿੱਥੇ ਹੁੰਦੀ ਹੋਵੇ, ਉਹਨਾਂ ਲੋਕਾਂ ਨੂੰ ਹੀ ਛੱਡ ਦਈਏ ਸਾਧ ਸੰਗਤ। ਸਾਡਾ ਜਿਹੜਾ ਇਸ਼ਟ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ। ਭਾਈ ਸਾਹਿਬ ਜੀ ਹੁੰਦਾ ਸਾਰਿਆਂ ਦਾ ਧੰਨਵਾਦ, ਇੱਥੋਂ ਦੀ ਕਮੇਟੀ ਦਾ ਧੰਨਵਾਦ, ਭਾਈ ਰਜਿੰਦਰ ਸਿੰਘ ਜੀ ਹੁੰਦਾ ਧੰਨਵਾਦ। ਵਿਸ਼ੇਸ਼ ਕਰਕੇ ਇਹ ਜਿਹੜਾ ਸਮਾਗਮ ਹੈ, ਅੱਜ ਅਸੀਂ ਜਾਣਾ ਸੀ ਸਾਧ ਸੰਗਤ, ਰਾਤ ਦਾ ਜਿਹੜਾ ਪ੍ਰੋਗਰਾਮ ਸੀ ਸਾਡਾ ਨਾਨਕਸਰ ਕਲੇਰਾਂ ਦੇ ਵਿੱਚ ਸੀ, ਪਰ ਭਾਈ ਸੁਰਿੰਦਰ ਸਿੰਘ ਜੀ ਹੋਰਾਂ ਨੇ ਆਖਿਆ ਕਿ ਅਸੀਂ ਸਾਡੇ ਵੀ ਆਓ। ਸੋ ਸਾਧ ਸੰਗਤ ਇਹਨਾਂ ਦਾ ਵੀ ਧੰਨਵਾਦ। ਤੇ ਸਾਡਾ ਜਿਹੜਾ ਚੈਨਲ ਚੱਲ ਰਹੇ ਨੇ, ਖਾਲਸਾ ਟੀਵੀ ਚੱਲ ਰਿਹਾ, ਇੱਕ ਬਾਣੀ ਚੈਨਲ ਹੈ ਜਿਹੜਾ ਉਹ ਵੀ ਚੱਲ ਰਿਹਾ। ਸਾਧ ਸੰਗਤ ਤੁਹਾਨੂੰ ਪਤਾ ਹੀ ਹੈ, ਇੱਕ ਬਾਣੀ ਚੈਨਲ ਹੈ ਜਿਹੜਾ ਸਿੱਖਾਂ ਦੀਆਂ ਕੋਈ ਵੀ ਮੁਸ਼ਕਲਾਂ, ਸਰਗਰਮੀਆਂ, ਸਾਧ ਸੰਗਤ ਸਿੱਖਾਂ ਦੇ ਨਾਲ ਕੀ ਹੋ ਰਿਹਾ, ਲਾਈਵ ਪ੍ਰੋਗਰਾਮ ਜਿਹੜੇ ਨੇ, ਉਹ ਇੱਕ ਬਾਣੀ ਚੈਨਲ ਹੈ ਜਿਹੜਾ ਬੜੀ ਮਿਹਨਤ ਕਰ ਰਿਹਾ ਹੈ। ਤੇ ਸਾਧ ਸੰਗਤ ਇੱਥੇ ਹੀ ਨਹੀਂ, ਜਿੱਥੇ ਵੀ ਜੰਮੂ ਦੇ ਵਿੱਚ, ਚਾਹੇ ਸ਼੍ਰੀਨਗਰ ਹੋਵੇ, ਚਾਹੇ ਉਹ ਬਾਰਡਰ ਬੈਲਟ ਤੇ ਹੋਣ, ਸਾਧ ਸੰਗਤ ਉਹ ਚੈਨਲ ਉੱਥੇ ਜਾ ਕੇ ਲੋਕ ਇਸ ਵੇਲੇ ਵੀ ਲਾਈਵ ਜਿਹੜਾ ਇੱਥੋਂ ਦਾ ਪ੍ਰੋਗਰਾਮ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਨੇ। ਮੈਂ ਭਾਈ ਸਤਨਾਮ ਸਿੰਘ ਜੀ ਹੁੰਦਾ ਤਾਹੇ ਦਿਲ ਦੇ ਉੱਤੇ ਨਾਲ ਮੈਂ ਧੰਨਵਾਦ ਕਰਦਾ ਕਿ ਜਦੋਂ ਵੀ ਯਾਦ ਕੀਤਾ ਇਹਨਾਂ ਨੂੰ, ਇਹ ਉੱਥੇ ਹੀ ਪਹੁੰਚਦੇ ਨੇ। ਸੋ ਸਾਧ ਸੰਗਤ ਇਸੇ ਤਰ੍ਹਾਂ ਹੀ ਸੇਵਾ ਸਾਰੀ, ਜਿੰਨਾ ਵੀ ਗਰੁੱਪ ਹੈ, ਆਰਪੀ ਸੌਂਡ ਵਾਲਾ ਮੇਰਾ ਵੀਰ ਆਇਆ ਇੱਥੇ, ਉਹਨਾਂ ਨੇ ਵੀ ਸੌਂਡ ਦੇਖੀ। ਸੋ ਸਾਧ ਸੰਗਤ ਜਿੰਨਾ ਵੀ ਗਰੁੱਪ ਹੈ, ਜਿੰਨੇ ਵੀ ਜੀਵ ਨੇ, ਸਾਧ ਸੰਗਤ ਅਸੀਂ ਸਾਰੇ ਮਿਹਨਤ ਕਰੀਏ। ਕੋਈ ਇਕੱਲੇ ਦੀ ਜਵਾਬਦਾਰੀ ਨਹੀਂ ਹੈ, ਇੱਕ ਦੂਜੇ ਦਾ ਸਾਥ ਦਈਏ। ਗੁਰਦੁਆਰੇ ਵੀ ਆਉਂਦੇ ਆ ਤੇ ਅਸੀਂ ਇਹ ਨਾ ਕਹੀਏ ਕਿ ਜਿਹੜੀ ਕਮੇਟੀ ਬੰਦੀ ਹੋਈ ਹੈ ਉਹ ਕੰਮ ਕਰੇ ਤੇ ਤਾਂ ਹੋਣਾ ਨਹੀਂ। ਸਾਧ ਸੰਗਤ ਕੱਲੇ, ਸਾਰੇ ਕੱਲੇ ਬੰਦੇ ਦੀ ਜ਼ਿੰਮੇਵਾਰੀ ਹੈ। ਕੱਲਾ ਬੰਦਾ ਪ੍ਰਚਾਰਕ ਬਣੇ। ਸਾਧ ਸੰਗਤ ਮੇਰੀਆਂ ਭੈਣਾਂ, ਉਹ ਸੁਝਾਅ ਦਿਓ, ਇਹੋ ਜਿਹਾ ਸੁਝਾਅ ਦਿਓ ਜਿਸ ਦੇ ਨਾਲ ਅਸੀਂ ਅੱਗੇ ਵੱਧ ਸਕੀਏ। ਤੁਹਾਡਾ ਨੋਟ ਹੈ ਨਾ, ਨੋਟ ਜਿਸ ਦੇ ਉੱਪਰ ਕਰੰਸੀ ਦੇਖਦੇ ਹੋ ਨਾ ਤੁਸੀਂ, ਉਸ ਕਰੰਸੀ ਦੇ ਉੱਪਰ ਭਾਰਤ ਦੀ ਛਾਪਾ ਲੱਗਾ ਹੋਇਆ, ਠੱਪਾ ਲੱਗਾ ਹੋਇਆ। ਬਹੁਤਿਆਂ ਬੰਦਿਆਂ ਨੂੰ ਨਹੀਂ ਪਤਾ ਹੋਣਾ, ਉਹ ਮਹਾਰਾਜਾ ਅਸ਼ੋਕ ਦੀ ਮੋਹਰ ਹੈ। ਸਾਧ ਸੰਗਤ ਮਹਾਰਾਜਾ ਅਸ਼ੋਕ ਦੀ ਮੋਹਰ, ਉਸਨੂੰ ਸ਼ੋਕਾ ਕਹਿੰਦੇ ਨੇ। ਕੋਈ ਸਮਾਂ ਇਹੋ ਜਿਹਾ ਸੀ ਕਿ ਪੂਰਾ ਹਿੰਦੁਸਤਾਨ ਬੋਧੀ ਬਣ ਗਿਆ ਸੀ। ਅੱਜ ਕੋਈ ਬੋਧੀਆਂ ਦਾ ਲੱਭਦਾ ਮੰਦਰ? ਕੋਈ ਲੱਭਦਾ ਕੋਈ ਥਾਂ ਤੇ? ਕਿਉਂ ਨਹੀਂ ਲੱਭ ਰਿਹਾ? ਕਿਉਂਕਿ ਉਹਨਾਂ ਦਾ ਪ੍ਰਚਾਰ ਬੰਦ ਹੋ ਗਿਆ। ਸਾਧ ਸੰਗਤ ਕੋਈ ਪ੍ਰਚਾਰ ਕਰਨ ਵਾਲਾ ਨਹੀਂ ਰਿਹਾ। ਇਸ ਕਾਰਨ ਅਸੀਂ ਸਾਰੇ ਪ੍ਰਚਾਰ ਕਰੀਏ। ਸਾਧ ਸੰਗਤ ਸਾਰਿਆਂ ਦਾ ਹੱਕ ਬਣਦਾ। ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ। ਮੈਂ 4-5 ਮਿੰਟ ਤੁਹਾਡੇ ਜ਼ਿਆਦਾ ਲੈ ਗਿਆ। ਆਓ ਮੈਂ ਸਾਧ ਸੰਗਤ ਜਥੇ ਨੂੰ ਬੇਨਤੀ ਕਰਾਂਗਾ ਕਿ ਉਹ ਆਨੰਦ ਸਾਹਿਬ ਦਾ ਪਾਠ ਕਰਨ। ਅਰਦਾਸ ਬੇਨਤੀ ਸ਼ਹਿਨਸ਼ਾਹ ਜੀ ਦੇ ਹੁਕਮਨਾਮਿਆਂ ਦੇ ਨਾਲ ਅਸੀਂ ਸਮਾਪਤੀ ਕਰਨੀ ਹੈ। ਸਾਧ ਸੰਗਤ ਕਈ ਵਾਰ ਇੱਦਾਂ ਦੇਖਿਆ ਮੈਂ ਕਿ ਅਸੀਂ ਨਿਕਲ ਜਾਂਦੇ ਹਾਂ, ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਅਸੀਂ ਮੁੱਖ ਰੱਖਣਾ। ਸਾਧ ਸੰਗਤ ਮਹਾਰਾਜ ਜੀ ਦਾ ਅਦਬ ਰੱਖੋਗੇ ਤੇ ਮਹਾਰਾਜ ਤੁਹਾਡਾ ਵੀ ਰੱਖੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
राम कली महला तीजा नंद को अंकार सतगुरु प्रसाद आनंद पया मेरी माए सतगुरु मैं पाया सतगुर ता पाया सहज सेती मन वजिया वाधाया राग रतन परवार परिया शब्द गावण आया शब्दो ता गावो हरि के राम मन जिनी वसाया कह नानक आनंद होआ सतगुरु मैं पाया ए मन मेरिया तू सदा रहो हर नाल रहो तो मन मेरे दुख सब विसारना अंगीकार हो करे तेरा कार्य सब सवारना सब नांगला समरथ स्वामी सो क्यों मनो विसारे कह नानक सदा रहो हर नाले साचे साहिबा क्या नहीं करते रे करता तेरे सब किश है जिस दे सो पावे सदा सिफत सलाह तेरी नाम मन वसावे नाम जिनके मन वस्या वाजे शब्द कनेरे कह नानक सच्चे साहिब क्या नहीं करते रे साचा नाम मेरा आधार साच नाम आधार मेरा जिन भुखा सब गवाया कर शांत सुख मन है वस्या जिन इच्छा तब बुझान सदा कुर्बान किता गुर विडो जिस दिया वड्याया कह नानक सुनो संतो शब्द तरो प्यारो साचा नाम मेरा आधार वाजे पंच शब्द जित कर सुभागे शब्द वाजे कला जित कर तारिया पंच दूत तुद वस कीते काल कंठ कुमारिया दुर कर्म पाया तुद जिनको से नाम हर के लागे कह नानक तैस को आदित कर अनहद वाजे आनंद सुनो वड पागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत साजन पए सर से पूरे गुर ते जानी सुनते पंडित कहते पवित्र सतगुर रहया पर पूरे बिनवंत नानक गुर चरण लागे वाजे अनहद तूरे श्लोक पवन गुरु पाणी पिता माता तरत महात देस रात दुदाई दाया खेले सगल जगत चंगियाइया बुरियाइया वाजे धर्म हरूर करमी आपो आपनी के नेड़े क दूर जिन्नी नाम ते आया गए मुसकत काल नानक ते मुखे उजले केती छुट्टी नाल जिन्नी नाम ते आया गए मुसकत काल नानक ते मुख उजले केती छुट्टी नाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਅਸ ਜਿਉ मात पिता हम वारिक तेरे तुमरे कृपा में कोई न जाने तुमरा अंत ऊंचे ते सगल समगरी तुमरे सुतज तारी तुम ते होए तुमरी गत मित तुम ही जानी नानक बोला जी वाहिगुरु अरदास एक ओंकार वाहिगुरु जी की फतेह। श्री भगवती जी सहाय वार श्री भगवती जी की पातशाही दसवें प्रथम भगवती सिमर के गुरु नानक ले ध्याए फिर अंगत गुर ते अमरदास रामदासा होए सहाय अर्जन हर गोबिंद नो सिमरो श्री हराय श्री हर कृष्ण जी ध्याई है जिस डिठे सब दुख जाय
तेग बहादुर सिमरिय कर नाउ निध आवे थाए सब थाई होए सहाय। दसवां पातशाह साहिब श्री गुरु गोबिंद सिंह जीओ महाराज सब थाई होए सहाय। दसां पातशाहियां दी आत्मक जोत धन धन साहिब श्री गुरु ग्रंथ साहिब जी के पाठ दीदार दा ध्यान करके खालसा जी बोलो जी। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਆਂਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੇ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਾਤ ਦੇਖ ਤੇਗ ਫਤਿਹ ਵਿਰਤ ਕੀ ਪੈਦ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ हे ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਮਹਾਰਾਜ। हे ਨਿਮਾਣਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸਤਿਗੁਰ ਨੇ ਆਸਰਿਓਂ ਕਾ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀਓ ਹਜ਼ੂਰ ਆਪ ਜੀ ਦੇ ਚਰਨਾਂ ਕਮਲਾਂ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਚੇ ਪਾਤਸ਼ਾਹ ਜੀਓ ਸੰਧਿਆ ਵੇਲੇ ਦੀਵਾਨ ਸਜਾਏ ਗਏ ਹਨ ਜੀ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀ ਕੇ ਪਾਠ ਕੀਰਤਨ ਅਤੇ ਵਿਸ਼ੇਸ਼ ਗੁਰਮਤਿ ਵਿਚਾਰਾਂ ਹੋਈਆਂ ਹਨ ਮਹਾਰਾਜ। ਬੜੀ ਸੋਹਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਬੜੀ ਸੋਹਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਜੀ ਕਦਮ ਕਦਮ ਸਵਾਸ ਸਵਾਸ ਲੇਖੇ ਲਾਉਣੇ ਦਿਲ ਫੁੱਲ ਪੇਟਾ ਪ੍ਰਵਾਨ ਕਰਨੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਿੱਧਕ ਭਰੋਸਾ ਦਾਨ ਬਖਸ਼ਿਸ਼ ਕਰਨਾ ਨਗਰ ਖਿੜੇ ਪਰਿਵਾਰਾਂ ਤੇ ਸੁਖ ਵਰਤਾਉਣੀ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਆਪਸ ਵਿੱਚ ਪਿਆਰ ਮੁਹੱਬਤ ਇਤਬਾਕ ਬਖਸ਼ਿਸ਼ ਕਰਨਾ ਕਾਲ ਕੰਟਕ ਦੂਰ ਕਰਨੇ ਮਹਾਰਾਜ ਬਾਣੀ ਅਤੇ ਬਾਣੇ ਦਾ ਸਤਕਾਰ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਨੇ ਮਹਾਰਾਜ। ਆਪ ਜੀ ਦੇ ਦਰ ਤੇ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਸਤਪਾਲ ਸਿੰਘ ਜੀ ਮਹਾਰਾਜ ਆਪ ਜੀ ਦੇ ਦਰ ਤੇ ਕੜਾ ਪ੍ਰਸ਼ਾਦੀ ਦੇਗ ਅਤੇ ਅਰਦਾਸ ਕਰਵਾਉਂਦੇ ਹਨ ਕਿਰਪਾ ਕਰਨੀ ਮਹਾਰਾਜ ਪਰਿਵਾਰ ਤੇ ਸੁਖ ਪਰ ਮਿਹਰ ਭਰਿਆ ਹੱਥ ਰੱਖਣਾ ਸੁਖ ਵਰਤਾਉਣੀ ਆਪ ਅੰਗ ਸੰਗ ਸਹਾਈ ਹੋਣਾ ਦੇਸਾਂ ਪ੍ਰਦੇਸਾਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਿਰਤ ਕਮਾਈਆਂ ਦੇ ਵਿੱਚ ਸੱਚੇ ਪਾਤਸ਼ਾਹ ਵਾਦੇ ਬਖਸ਼ਿਸ਼ ਕਰਨੇ ਆਪ ਅੰਗ ਸੰਗ ਸਹਾਈ ਹੋਣਾ ਦੁੱਖਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਦੇ ਦਰ ਤੇ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇ
ਸੱਜ ਕੇ ਹਾਜ਼ਰ ਹੈ ਜੀ। ਪ੍ਰਵਾਨ ਹੋਵੇ ਪ੍ਰਵਾਨ ਹੋਇਆ, ਦੇਖ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਜੋ ਜੀ ਸਕੇ ਆਪ ਜੀ ਦਾ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ। 6 ਪੌੜੀਆਂ ਆਣਾ ਸਬਜੀ ਕੇ ਜਾਪ, ਅੱਖਰ ਬਾਦ ਕਾਟ ਪੁਲ ਚੁੱਕ ਮਾਫ ਕਰਨੀ। ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਗੁਰਮਤ ਵਿਚਾਰਾਂ ਕਰਦੇ ਆ, ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਦਰ ਘਰ ਦੇ ਸੇਵ ਸਭ ਕੇ ਮਾਫ ਕਰ ਲੈਣਾ ਜੀ। ਅਗਾਹ ਤੋਂ ਸਮਤ ਬਖਸ਼ਿਸ਼ ਕਰਨੀ। ਬਾਣੀ ਸ਼ੁੱਧ ਅਤੇ ਸਪਸ਼ਟਪਣ ਦਾ ਬਲ ਉਦ ਬਖਸ਼ਣਾ। ਬਾਣੀ ਅਤੇ ਬਾਣੇ ਦਾ ਸਤਕਾਰ ਬਖਸ਼ਿਸ਼ ਕਰਨਾ। ਮਹਾਰਾਜ ਕਿਰਪਾ ਕਰਨੀ। ਬੱਚਿਆਂ ਨੂੰ ਮਾਤਾ ਪਿਤਾ ਬਜ਼ੁਰਗਾਂ ਤੇ ਆਪਣੇ ਦਰ ਕਰਦਾ ਆਗਿਆਕਾਰੀ ਬਣਾਉਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ। ਸੱਚੇ ਪਾਤਸ਼ਾਹ ਸੋਈ ਕੰਮ ਕਰਾਉਣੇ ਜੋ ਆਪ ਜੀ ਨੂੰ ਭਾਵਨ। ਮਹਾਰਾਜ ਇਸ ਵੇਲੇ ਕਰੋ ਕਿਰਪਾ, ਆਪ ਜੀ ਆਪਣੇ ਪਾਵਨ ਸਰੂਪਾਂ ਤੋਂ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ। ਅੱਖਰਵਾਦ ਕਾਟ ਚੁੱਕ ਮਾਫ ਕਰਨੀ। ਸਿੱਖ ਪੜਦੇ ਸੁਣਦੇ ਸਰਬਤ ਲਾਏਬੰਦ ਹੋਵਣ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਾ ਆਗਿਆ ਪਈ ਅਕਾਲ ਲਿਖੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ, ख्वाब होए सब मिलेंगे, ख्वाब होए सब मिलेंगे। बोले सोने श्री अकाल। वाहिगुरु जी का खालसा, वाहिगुरु जी की फतेह। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੀਤਾ ਸਮੁੰਦ ਸਾਗਰ ਨੀਰ ਭਰਿਆ, तेते अवगुण हमारे। दया करो किछ मेहर उपावो, डुबदे पत्थर तारे। हम अवगुण परे एक गुण नाही, अमृत छाड़ विखै विख खाई। माया मोह परम पह भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की, गुर रामदास राखो शरनाई। एक अरदास पाठ कीरत के, गुर रामदास राखो शरनाई। सजन सच्चा पातशाह, शिरशाह दशाह। जिस पास बैठिया सोई है, सबना दा वेसा। सतनाम श्री वाहिगुरु साहिब जीओ। तनासरी महला पंजवा। जिसका तन मन धन सब तिसका, सोई सुगड़ सुजानी। तिन्हीं सुनिया दुख सुख मेरा, तो बिदनी की कटानी। जिसका तन मन धन सब तिसका,
सोई सुगड़ सुजानी। तिन्ही सुनिया दुख सुख मेरा, तो बिदन की खटानी। जी की ये कही पैमानी। अवर जतन कर रहे बहु तेरे, तिन तिल नहीं कीमत जानी। रहा अमृत नाम निर्मोलक हीरा, गुर दीनो मंतानी। डिगै ना डोलै दृढ़ कर रहे हो, पूरन होए तृप्तानी। ओए जो बीच हम तुम कछ होते, तिनकी बात बिलानी। अलंकार मिल थैली होई है, ताते कनक बखानी। प्रगट्यो जोत सहज सुख शोभा, बाजे अनहद बानी। कहो नानक ने चल कर बांधियो, गुर कियो बंदानी। प्रगट्यो जोत सहज सुख शोभा, बाजे अनहद बानी। कहो नानक ने चल कर बांधियो, गुर कियो बंदानी। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर, काल मूरत आजुनी सैभं गुर प्रसाद। एक ओंकार सतनाम करता पुरख निरभउ निर्वैर, काल मूरत आजुनी सैभं गुर प्रसाद। एक ओंकार सतनाम करता पुरख निरभउ निर्वैर, अकाल मूरत आजुनी सैभं गुर प्रसाद। वाहिगुरु वाहिगुरु वाहिगुरु। वाहिगुरु जी का खालसा, वाहिगुरु जी की फतेह। वाहिगुरु साहिब जीओ। सोहला राग गौड़ी दीप की